ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਹਾਜ਼ਰ ਜੀ। ਸਟੂਡੀਓ ਵਾਲੇ ਸਾਈਡ ਤੋਂ ਬੈਠਾ ਹਾਂ ਜੀ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਤੁਹਾਡੀ ਜਾਣੀ ਪਛਾਣੀ ਸ਼ਖਸੀਅਤ ਟੋਰਾਂਟੋ ਦੇ ਮੇਰੇ ਖਿਆਲ ਸਭ ਤੋਂ ਪੁਰਾਣੇ ਮੀਡੀਆਕਾਰ ਡਾਕਟਰ ਰਣਵੀਰ ਸ਼ਾਰਦਾ ਹਰੀ ਸਾਡੇ ਨਾਲ ਨੇ। ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅਸੀਂ ਇਹ ਚੈਨਲ ਜਿਹੜਾ ਵਾ ਉਹ ਚਲਾ ਰਹੇ ਹਾਂ। ਸਾਡੇ ਸਾਰਾ ਕੁਝ ਉਹਨਾਂ ਦੀ ਸਲਾਹ ਦੇ ਨਾਲ ਹੀ ਕਰਦੇ ਹਾਂ। ਸੋ ਡਾਕਟਰ ਸ਼ਾਰਦਾ ਸਾਡੇ ਨਾਲ ਨੇ। ਮੈਨੂੰ ਬੜੀ ਖੁਸ਼ੀ ਆ ਕਿ ਕਾਫੀ ਦਿਨਾਂ ਬਾਅਦ ਅਸੀਂ ਗੱਲ ਕਰ ਰਹੇ ਹਾਂ। ਡਾਕਟਰ ਸਾਹਿਬ ਨੇ ਇੱਕ ਵੱਡੀ ਸਰਜਰੀ ਕਰਾਈ ਸੀ, ਜਿੱਦਾਂ ਸਾਡੇ ਸੱਜਣ ਸਾਰੇ ਜਾਣਦੇ ਆ। ਉਸ ਤੋਂ ਬਾਅਦ ਕੁਛ ਦਿਨ ਲਈ ਜਿੱਦਾਂ ਰੈਸਟ ਦਾ ਸੀਗਾ ਕੰਮ। ਕੋਸ਼ਿਸ਼ ਕਰਿਆ ਕਰਾਂਗੇ ਕਿ ਜਿਹੜੇ ਖਾਸ ਵਿਸ਼ੇ ਆ ਉੱਤੇ ਡਾਕਟਰ ਸਾਹਿਬ ਨੂੰ ਜ਼ਰੂਰ ਆਪਾਂ ਰਿਕੁਐਸਟ ਕਰਕੇ ਉਹਨਾਂ ਦਾ ਟਾਈਮ ਲਿਆ ਕਰੀਏ। ਔਰ ਕਈ ਦਿਨਾਂ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਜਿਹੜੇ ਬਹੁਤ ਸਾਰੀਆਂ ਸਾਡੀਆਂ ਲੋਕਲ ਗੱਲਾਂ ਬਾਤਾਂ ਨੇ, ਜਿਵੇਂ ਪਿਛਲੇ ਦਿਨਾਂ 'ਚ ਇੱਥੇ ਫਰੀਡਮ ਕਾਨਵਾਈ ਦੇ ਨਾਂ 'ਤੇ ਬਹੁਤ ਕੁਝ ਕੈਨੇਡਾ 'ਚ ਵਾਪਰਿਆ, ਉਹਦੀ ਚਰਚਾ ਦੁਨੀਆ ਭਰ 'ਚ ਹੋਈ ਅਤੇ ਮੈਂ ਕਿਤੇ ਨਾ ਕਿਤੇ ਮਿਸ ਕਰਦਾ ਰਿਹਾ ਡਾਕਟਰ ਸਾਹਿਬ ਨੂੰ। ਔਰ ਮੈਂ ਫਿਰ ਅੱਜ ਬੇਨਤੀ ਕੀਤੀ ਸੀ ਕਿ ਯੂਕਰੇਨ ਰਸ਼ੀਆ ਦਾ ਐਸਾ ਮਸਲਾ ਆ ਜਿਹ 'ਤੇ ਐਕਸਪਰਟ ਰਾਏ ਤੁਹਾਡੇ ਤੋਂ ਸਵਾਲ ਮੈਨੂੰ ਲੱਗਦਾ ਨਹੀਂ ਵੀ ਕੋਈ ਬਿਹਤਰ ਦੇ ਸਕੇ। ਸੋ ਅਸੀਂ ਅੱਜ ਸਾਡੀ ਬੇਨਤੀ ਉਹਨਾਂ ਕਬੂਲ ਕੀਤੀ ਤੇ ਮੇਰੇ ਨਾਲ ਨੇ। ਤੇ ਮੈਂ ਡਾਕਟਰ ਸਾਹਿਬ ਦਾ ਪਹਿਲਾਂ ਕਰਦਾ ਜੀ ਬਹੁਤ ਬਹੁਤ ਸਵਾਗਤ ਡਾਕਟਰ ਸਾਹਿਬ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਸਾਰੇ ਜਿਹੜੇ ਦਰਸ਼ਕ ਨੇ ਇਸ ਵਕਤ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਉਮੀਦ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਆਉਣ ਵਾਲਾ ਵੀਕਐਂਡ ਹੈ ਬਹੁਤ ਹੀ ਅੱਛਾ ਬੀਤੇਗਾ। ਔਰ ਤੁਸੀਂ ਬੜੇ ਲਗਾਤਾਰ ਪਿਛਲੇ 1 ਸਾਲ ਤੋਂ ਪ੍ਰੋਗਰਾਮ ਕਰ ਰਹੇ ਹੋ ਔਰ ਉਮੀਦ ਹੈਗੀ ਹੈ ਕਿ ਉਹਨਾਂ ਨੇ ਤੁਹਾਡੇ ਸਾਰੇ ਪ੍ਰੋਗਰਾਮ ਜਿਹੜੇ ਨੇ ਉਹ ਇੰਜੋਏ ਕੀਤੇ ਹੋਣੇ ਨੇ। ਔਰ ਜਿੱਥੋਂ ਤੱਕ ਤਾਲੁਕ ਹੈਗਾ ਕੈਨੇਡਾ ਔਰ ਰਸ਼ੀਆ, ਇਸ ਵਕਤ ਦੁਨੀਆ ਦੇ ਵਿੱਚ ਰਸ਼ੀਆ ਦਾ ਇਹ ਸਭ ਤੋਂ ਵੱਡੀ ਇਸ ਵਕਤ ਜਿਹੜੀ ਹੈ ਪ੍ਰੋਬਲਮ ਚੱਲ ਰਹੀ ਹੈ। ਹਰਜੀਤ ਜੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਜ਼ਰਾ ਧਿਆਨ ਇੱਧਰ ਦਿਓ ਤੇ ਫੋਨ ਤੇ ਉਂਗਲੀ ਘੱਟ ਚਲਾਓ। ਬਿਲਕੁਲ ਠੀਕ ਹੈ ਜੀ। ਹਾਂ, ਕਿਉਂਕਿ ਉਹਦੇ ਨਾਲ ਫਿਰ ਜਿਹੜੀ ਅਟੈਂਸ਼ਨ ਹੈ ਮੇਰੀ ਉਹ ਡਾਇਵਰਟ ਹੋ ਜਾਂਦੀ ਹੈ, ਤੁਹਾਡੇ ਫੋਨ ਤੇ ਚਲੇ ਜਾਂਦੀ ਹੈ। ਮੈਂ ਫੋਨ ਤੋਂ ਸਿਰਫ ਵੇਖਣਾ ਚਾਹ ਰਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਜਿਹੜੀ ਕਰਨੀ ਆ ਉਹਦੇ ਬਾਰੇ ਮੈਂ ਥੋੜ੍ਹੀ ਜਿਹੀ ਅਪਡੇਟ ਨਾਲ ਲੈਂਦਾ ਜਾਵਾਂ ਤੇ ਉਹਦੇ ਕੁਐਸਚਨ ਮੈਂ ਜਿਹੜਾ ਮੇਰੇ ਦਿਮਾਗ 'ਚ ਨੇ ਉੱਦਾਂ ਤਾਂ ਮੈਨੂੰ ਪਤਾ ਕਿ ਤੁਸੀਂ ਉੱਤੇ ਲੰਮਾ ਸਮਾਂ ਉੱਤੇ ਬਿਨਾਂ ਰੋਕਿਆ ਬੋਲ ਸਕਦੇ ਹੋ। ਪਰ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਆ ਕਿ ਦੁਨੀਆ ਸਾਰੀ ਦਾ ਧਿਆਨ ਕਈ ਦਿਨਾਂ ਤੋਂ ਇਸ ਗੱਲ ਵੱਲ ਸੀਗਾ ਕਿ ਰਸ਼ੀਆ ਕਿਸੇ ਟਾਈਮ ਵੀ ਅਟੈਕ ਕਰ ਸਕਦਾ। 3 ਵਾਰੀ ਜਾਂ 4 ਵਾਰੀ ਜੋ ਬਾਈਡਨ ਹੋਰਾਂ ਦੀ ਗੱਲ ਵੀ ਹੋਈ ਉਹਨਾਂ ਨਾਲ ਔਰ ਉਹ ਦੱਸਦੇ ਰਹੇ ਕਿ ਅਗਲੇ ਹਫਤੇ ਹੋ ਜਾਏਗਾ, ਬੁੱਧਵਾਰ ਅਟੈਕ ਹੋ ਜਾਏਗਾ। ਅਤੇ ਕੁਛ ਕੁ ਦੁਨੀਆ ਦੇ ਕੰਟਰੀਜ਼ ਜਿਹੜੇ ਆ ਉਹ ਪ੍ਰੈਸ਼ਰਾਈਜ਼ ਕਰ ਰਹੇ ਸੀ ਔਰ ਉਮੀਦ ਇਹ ਸੀ ਕਿ ਸ਼ਾਇਦ ਕੋਈ ਗੱਲਬਾਤ ਟੇਬਲ 'ਤੇ ਆ ਕੇ ਮੁੱਕ ਜੇ। ਪਰ ਆਖਿਰਕਾਰ ਉਹੀ ਹੋਇਆ ਜਿਹਦਾ ਡਰ ਸੀਗਾ। ਔਰ ਡਰ ਇਹਨੂੰ ਲੈ ਕੇ ਹੋਰ ਵੀ ਕਈ ਤਰ੍ਹਾਂ ਦੇ ਪਾਏ ਜਾ ਰਹੇ ਆ। ਇਕੋਨਮੀ ਦਾ ਤਾਂ ਜਿਹੜਾ ਹੋਣਾ ਹੀ ਆ, ਕੀਮਤੀ ਜਾਨਾਂ ਜਾਣੀਆਂ ਨੇ। ਇਹ ਜਿਹੜੇ ਯੁੱਧਬਾਜ਼ ਲੋਕ ਨੇ ਇਹ ਕਿਤੇ ਨਾ ਕਿਤੇ ਦੁਨੀਆ ਨੂੰ ਇਸ ਉਲਝਣ 'ਚ ਫਸਾ ਕੇ ਰੱਖਦੇ ਨੇ। ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹ ਸਾਰੇ ਘਟਨਾਕ੍ਰਮ ਦੀ ਬੈਕਗਰਾਊਂਡ ਜਾਣਨਾ ਚਾਹੁੰਦਾ ਹਾਂ। ਵਿਸਤਾਰ ਸਹਿਤ ਦੱਸ ਦਿਓ ਵੀ ਕਿਹੜੀ ਵਜ੍ਹਾ ਹੈ ਜਿਹਦੇ ਕਰਕੇ ਇਹ ਇੰਨੀ ਟੈਨਸ਼ਨ ਹੋਈ, ਖਾਸ ਕਰਕੇ ਕੋਲਡ ਵਾਰ ਤੋਂ ਬਾਅਦ ਸਿੱਧੇ ਤੌਰ 'ਤੇ ਦੁਨੀਆ ਨਾਲ ਹੁਣ ਟਕਰਾਅ ਦੀ ਸਥਿਤੀ 'ਚ ਆ ਦੂਜਾ ਬਲਾਕ, ਯਾਨੀ ਕਿ ਰਸ਼ੀਆ ਔਰ ਉਹਦੀ ਨਾਲ ਜਿਹੜਾ ਬਲਾਕ ਦੇ ਵਿੱਚ ਚਾਈਨਾ ਇਸ ਵੇਲੇ ਸ਼ਾਮਲ ਆ। ਅਤੇ ਤੁਸੀਂ ਇਹਦੀ ਸਾਰੀ ਸਾਨੂੰ ਬੈਕਗਰਾਊਂਡ ਥੋੜ੍ਹੀ ਜਿਹੀ ਸਮਝਾਓ ਜੀ। ਅਰਜੀਤ ਜੀ, ਜਿਹੜੀ ਹਿਸਟਰੀ ਹੁੰਦੀ ਹੈ ਨਾ ਉਹ ਹੁੰਦੀ ਹੈ ਲੈਸਨ ਲਰਨ ਕਰਨ ਦੀ, ਲੇਕਿਨ ਦੁਨੀਆ ਨੇ ਸ਼ਾਇਦ ਹਿਸਟਰੀ ਤੋਂ ਲੈਸਨ ਲਰਨ ਨਹੀਂ ਕੀਤਾ। ਅਸੀਂ ਦੇਖਿਆ ਕਿ ਇਹ ਉਹ ਕੰਟਰੀ ਹੈ ਰਸ਼ੀਆ ਜਿਹਦੀ ਵਜ੍ਹਾ ਕਰਕੇ ਜਦੋਂ ਵੀ ਵੱਡੇ ਅਟੈਕ ਹੋਏ ਦੁਨੀਆ ਦੇ ਵਿੱਚ, ਉਹ ਭਾਵੇਂ ਨੈਪੋਲੀਅਨ ਬੋਨਾਪਾਰਟ ਨੇ ਕੀਤਾ ਹੋਵੇ, ਭਾਵੇਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ, ਹਾਂਜੀ, ਉਹਦੇ ਵਿੱਚ ਰਸ਼ੀਆ ਦਾ ਰੋਲ ਜਿਹੜਾ ਸੀ ਬੜਾ ਇੰਪੋਰਟੈਂਟ ਸੀਗਾ ਔਰ ਅਸੀਂ ਲੈਸਨ ਨਹੀਂ ਲਰਨ ਕਰਦੇ। ਹੋਇਆ ਕਿ ਪਹਿਲਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਵੱਡੀ ਇੰਪੋਰਟੈਂਟ ਚੀਜ਼ ਹੈ, ਸੈਕੰਡ ਵਰਲਡ ਵਾਰ ਦੇ ਵਿੱਚ 1938 ਦੇ ਵਿੱਚ ਇੱਕ ਮਿਊਨਿਕ ਐਗਰੀਮੈਂਟ ਹੋਇਆ ਜਿਹਦੇ ਵਿੱਚ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇਵਿਲ ਚੈਂਬਰਲੇਨ ਔਰ ਐਡਵਰਡ ਡੇਰਾਡੇ, ਇਹ ਸੀਗੇ ਫ੍ਰੈਂਚ ਪ੍ਰਾਈਮ ਮਿਨਿਸਟਰ, ਦੋਨੋਂ ਜਿਹਨੇ ਉੱਥੇ ਗਏ ਔਰ ਉਹਨਾਂ ਨੇ 1938 ਦੇ ਵਿੱਚ ਮਿਊਨਿਕ ਐਗਰੀਮੈਂਟ ਸਾਈਨ ਕੀਤਾ। ਉਹ ਐਗਰੀਮੈਂਟ ਸਾਈਨ ਕੀਤਾ ਇਸ ਕਰਕੇ ਕਿ ਹਿਟਲਰ ਜਿਹੜਾ ਉਹ ਦੁਨੀਆ ਦੇ ਵਿੱਚ ਲੜਾਈ ਨਾ ਕਰੇ। ਲੇਕਿਨ ਹੋਇਆ ਕਿ ਇਹਨਾਂ ਨੇ ਉਹਦੀ ਗੱਲ ਵੀ ਮੰਨ ਲਈ, ਚੈਕੋਸਲੋਵਾਕੀਆ ਵੀ ਉਹਨੂੰ ਦੇ ਦਿੱਤਾ ਬਗੈਰ ਲੜਾਈ ਤੋਂ, ਔਰ ਉਹਦੇ ਬਾਅਦ ਵਾਪਸ ਆ ਗਏ ਔਰ ਹਿਟਲਰ ਨੇ ਅਗਲੇ ਸਾਲ ਜੀ ਪੋਲੈਂਡ ਵੀ ਜਿਹੜਾ ਆਪਣੇ ਕਬਜ਼ੇ 'ਚ ਕਰ ਲਿਆ ਅਤੇ ਬਾਕੀ ਦੁਨੀਆ 'ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇਹ ਇੱਕ ਲੈਸਨ ਹੁੰਦੇ ਨੇ ਜਿਹੜੇ ਕਿ ਲਰਨ ਕਰਨੇ ਹੁੰਦੇ ਨੇ। ਲੇਕਿਨ ਇਸ ਵਕਤ ਵਰਲਡ ਨੇ ਲੈਸਨ ਲਰਨ ਇਹ ਨਹੀਂ ਕੀਤਾ। ਵਰਲਡ ਇਸ ਕਰਕੇ ਪਰੇ ਹੋ ਗਿਆ ਕਿ ਜੀ ਯੂਕਰੇਨ ਸਾਡਾ ਨੈਟੋ ਦਾ ਮੈਂਬਰ ਨਹੀਂ ਹੈਗਾ, ਬਟ ਇਸ ਵਕਤ ਜਿਹੜੀ ਲੜਾਈ ਹੈ ਉਹ ਬੜੀ ਜ਼ਬਰਦਸਤ ਹੈ ਬਿਟਵੀਨ ਯੂਰਪ ਐਂਡ ਰਸ਼ੀਆ। ਦੇਖੋ, ਫਸਟ ਵਰਲਡ ਵਾਰ ਦੇ ਵਿੱਚ ਪ੍ਰੈਜ਼ੀਡੈਂਟ ਸੀਗਾ ਵਿਲਸਨ ਅਮਰੀਕਾ ਦਾ। ਉਸ ਨੇ ਇਹ ਫੈਸਲਾ ਕੀਤਾ ਕਿ ਲੜਾਈ ਨਹੀਂ ਲੜਨੀ।
ਲੇਕਿਨ 2 ਸਾਲ ਦੇ ਬਾਅਦ ਹਾਂਜੀ ਉਸ ਨੂੰ ਜਦੋਂ ਨਜ਼ਰ ਆਇਆ ਕਿ ਜਰਮਨੀ ਜਿਹੜਾ ਉਹ ਸਾਰਾ ਯੂਰਪ ਜਿੱਤ ਲਏਗਾ, ਉਹ ਕਾਂਗਰਸ ਦੇ ਕੋਲ ਗਿਆ, ਔਰ ਕਿਉਂਕਿ ਪ੍ਰੈਜ਼ੀਡੈਂਟ ਨੂੰ ਇਜਾਜ਼ਤ ਲੈਣੀ ਪੈਂਦੀ ਆ ਕਾਂਗਰਸ ਤੋਂ ਲੜਾਈ ਲੜਨ ਦੀ, ਸੋ ਉਹਨੇ ਲੜਾਈ ਲੜਨ ਦੀ ਇਜਾਜ਼ਤ ਲਈ, ਔਰ ਜਿਹੜੇ ਬੰਦੇ ਵੈਲ ਟ੍ਰੇਨਡ ਨਹੀਂ ਸੀਗੇ ਅਮਰੀਕਨ ਸੋਲਜਰਸ, ਉਹਨਾਂ ਨੂੰ ਅੰਨ੍ਹੇਵਾਹ ਯੂਰਪ ਦੇ ਵਿੱਚ ਭੇਜ ਦਿੱਤਾ। ਅਸਲਾ ਬੜਾ ਸੀਗਾ, ਸੋ ਇਸ ਕਰਕੇ ਉਹ ਵਾਰ ਜਿਹੜੀ ਹੈ ਜਿੱਤੀ ਗਈ। ਸੈਕੰਡ ਵਰਲਡ ਵਾਰ ਦੇ ਵਿੱਚ ਵੀ ਇਹੀ ਗੱਲ ਹੋਈ। ਜਿਹੜਾ ਪ੍ਰੈਜ਼ੀਡੈਂਟ USA ਸੀਗਾ ਉਸਨੇ ਕਿਹਾ ਕਿ ਮੈਂ ਲੜਾਈ ਨਹੀਂ ਲੜਨੀ। ਜਦੋਂ ਇਹਨਾਂ ਦੇ ਉੱਪਰ ਹਮਲਾ ਹੋਇਆ ਜੀ, ਔਰ ਜਾਪਾਨ ਨੇ ਜੋ ਇਹਨਾਂ ਦੇ ਹਮਲਾ ਕੀਤਾ, ਉਹਦੇ ਬਾਅਦ ਫਿਰ ਪ੍ਰੈਜ਼ੀਡੈਂਟ ਨੂੰ ਖਿਆਲ ਆਇਆ ਕਿ ਨਹੀਂ, ਸਾਨੂੰ ਇਹ ਲੜਾਈ ਜਿਹੜੀ ਹੈ ਹੁਣ ਲੜਨੀ ਪੈਣੀ ਹੈ। ਸੋ 2 ਲੜਾਈਆਂ ਜਿਹੜੀਆਂ ਨੇ ਦੁਨੀਆ ਦੇ ਵਿੱਚ, ਪਹਿਲੀ ਲੜਾਈ ਦੇ ਵਿੱਚ 37 ਮਿਲੀਅਨ ਆਦਮੀ ਮਰਿਆ, ਔਰ ਦੂਜੀ ਲੜਾਈ ਦੇ ਵਿੱਚ ਐਨੀਵੇਅਰ ਬਿਟਵੀਨ 80 to 90 ਮਿਲੀਅਨ, ਯਾਨੀ ਕਿ 8 ਤੋਂ 9 ਕਰੋੜ ਆਦਮੀ, ਔਰ 1 ਟ੍ਰਿਲੀਅਨ ਉਸ ਟਾਈਮ ਦਾ, ਜਿਹੜਾ ਕਿ ਇਸ ਵਕਤ 3 ਟ੍ਰਿਲੀਅਨ ਦੇ ਬਰਾਬਰ ਹੈ, ਪ੍ਰੋਪਰਟੀ ਦਾ ਨੁਕਸਾਨ ਹੋਇਆ, ਇਨਫਰਾਸਟ੍ਰਕਚਰ ਖਤਮ ਹੋਇਆ। ਇਹ ਹਿਸਟਰੀ ਤੋਂ ਅਸੀਂ ਲਰਨ ਨਹੀਂ ਕੀਤਾ। ਹੁਣ ਹਿਸਟਰੀ ਕੀ ਸੀਗੀ ਕਿ ਸਭ ਤੋਂ ਪਹਿਲਾਂ ਸਾਨੂੰ ਰਿਅਲਾਈਜ਼ ਕਰਨਾ ਚਾਹੀਦਾ ਸੀ ਕਿ ਪੁਤਿਨ ਜਿਹੜਾ ਉਹ ਬਿਲੋਂਗ ਕਰਦਾ KGB, ਔਰ ਪੁਤਿਨ ਦੀ ਜਿਹੜੀ ਬੜੀ ਵੱਡੀ ਫਿਲਾਸਫੀ ਹੈ ਉਹ ਹੈਗੀ ਆ ਕਿ ਜਿਹੜੇ ਗੋਰਬਾਚੋਵ ਦੇ ਟਾਈਮ ਦੇ ਉੱਪਰ 1990 ਔਰ 91 ਦੇ ਵਿੱਚ ਕੰਟਰੀਜ਼ ਅਲੱਗ ਹੋ ਗਏ ਸੀਗੇ, ਉਹਨਾਂ ਸਾਰੀਆਂ ਕੰਟਰੀਆਂ ਨੂੰ ਮੈਂ ਮੁੜ ਕੇ ਰਸ਼ੀਆ ਦੇ ਇਨਫਲੂਐਂਸ ਦੇ ਵਿੱਚ ਲੈ ਕੇ ਆਵਾਂ, ਔਰ ਰਸ਼ੀਆ ਦਾ ਹੀ ਉਹਨਾਂ ਤੇ ਜ਼ੋਰ ਜਿਹੜਾ ਹੈ ਉਹ ਚੱਲੇ, ਔਰ ਰਸ਼ੀਆ ਦੀ ਪਾਲਿਸੀ ਦੇ ਮੁਤਾਬਕ ਹੀ ਉਹ ਕੰਮ ਕਰਨ। ਇਹ ਉਹਦੇ ਦਿਮਾਗ ਦੇ ਵਿੱਚ ਹੈਗੀ ਆ। ਹੁਣ ਜਿਹੜਾ ਉਹ ਸਭ ਤੋਂ ਪਹਿਲਾਂ ਯੂਕਰੇਨ ਜਿਹੜਾ ਉਹ ਬਹੁਤ ਇੰਪੋਰਟੈਂਟ ਲੱਗਦਾ, ਕਿਉਂਕਿ ਯੂਕਰੇਨ ਦੇ ਵਿੱਚ ਇੱਕ ਫੈਸਲਾ ਹੋਇਆ ਸੀਗਾ ਅੱਜ ਤੋਂ ਕੁਝ ਸਾਲ ਪਹਿਲਾਂ, ਰਸ਼ੀਆ ਨੇ ਔਰ ਯੂਕਰੇਨ ਨੇ ਹਰਜੀਤ ਜੀ ਫੈਸਲਾ ਕੀਤਾ ਕਿ ਯੂਕਰੇਨ ਦੇ ਕੋਲ ਰਸ਼ੀਆ ਤੋਂ ਬਾਅਦ ਸਭ ਤੋਂ ਜ਼ਿਆਦਾ ਨਿਊਕਲੀਅਰ ਵੈਪਨ ਸੀਗੇ। ਰਸ਼ੀਆ ਦੇ ਨਾਲ ਇਹ ਫੈਸਲਾ ਹੋਇਆ ਕਿ ਅਸੀਂ ਤੇਰੀ ਆਜ਼ਾਦੀ ਕਾਇਮ ਰੱਖਾਂਗੇ, ਤੂੰ ਸਾਰੇ ਨਿਊਕਲੀਅਰ ਵੈਪਨ ਸਾਨੂੰ ਦੇ ਦੇ। ਸੋ ਉਸ ਐਗਰੀਮੈਂਟ ਦੇ ਬਾਅਦ ਸਾਰੇ ਨਿਊਕਲੀਅਰ ਵੈਪਨ ਜਿਹੜੇ ਨੇ, ਜਿਹੜੇ ਯੂਕਰੇਨ ਦੇ ਵਿੱਚ ਸੀਗੇ, ਉਹਦੇ ਚਲੇ ਗਏ ਰਸ਼ੀਆ ਦੇ ਕੋਲ। ਅੱਜ ਰਸ਼ੀਆ ਦੇ ਕੋਲ 8000 ਤੋਂ ਜ਼ਿਆਦਾ ਨਿਊਕਲੀਅਰ ਵੈਪਨ ਹੈ, ਔਰ ਅਮਰੀਕਾ ਦੇ ਕੋਲ 6000 ਤੋਂ ਜ਼ਿਆਦਾ ਨਿਊਕਲੀਅਰ ਵੈਪਨ ਹੈ। ਲੇਕਿਨ ਨਿਊਕਲੀਅਰ ਵੈਪਨ ਦੁਨੀਆ ਨੂੰ ਤਬਾਹ ਕਰਨ ਲਈ ਆਲ ਯੂ ਨੀਡ ਇਜ਼ 100 ਨਿਊਕਲੀਅਰ ਵੈਪਨ, ਯੂ ਡੋਂਟ ਨੀਡ thousands and thousands of weapons। ਇਹ ਪਹਿਲੀ ਗੱਲ। ਦੂਜੀ ਗੱਲ ਇਹ ਕਿ ਇਹਨਾਂ ਨੇ ਜਦੋਂ 2013 ਔਰ 14 ਦੇ ਵਿੱਚ ਕ੍ਰਾਈਮੀਆ ਜਿਹੜਾ ਕਿ ਇਹਦਾ ਪਾਰਟ ਸੀਗਾ ਯੂਕਰੇਨ ਦਾ, ਉਸ ਨੂੰ ਜਦੋਂ ਅਨੈਕਸ ਕੀਤਾ, ਹੜਪ ਕਰ ਲਿਆ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਆ, ਤੇ ਦੁਨੀਆ ਚੁੱਪ ਕਰਕੇ ਉਹਨਾਂ ਨੇ ਐਕਸੈਪਟ ਕਰ ਲਿਆ। ਸੋ ਪੁਤਿਨ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਜੋ ਵੀ ਐਕਸ਼ਨ ਲੈਂਦਾ ਰਹਾਂਗਾ, ਦੁਨੀਆ ਨੇ ਕੁਝ ਨਹੀਂ ਕਰਨਾ, ਦੁਨੀਆ ਇਜ਼ ਨਾਟ ਪ੍ਰੀਪੇਅਰਡ ਟੂ ਹੈਵ ਅ ਫਾਈਟ। ਸੋ ਇਸ ਕਰਕੇ ਉਹਦੇ ਦਿਮਾਗ ਦੇ ਵਿੱਚ ਇਹ ਸੀਗਾ, ਕਿਉਂਕਿ ਉਹ ਕਹਿੰਦਾ ਆਪਣੇ ਉਹਨੇ ਬਿਆਨਾਂ 'ਚ ਵੀ ਇਹ ਗੱਲ ਕਹੀ ਹੈ, ਮੈਂ ਖੁਦ ਸੁਣਿਆ ਉਹਦੇ ਮੂੰਹੋਂ ਇਹ ਗੱਲ ਕਿ ਯੂਕਰੇਨ ਇਜ਼ ਅ ਪਾਰਟ ਆਫ ਰਸ਼ੀਆ, ਯੂਕਰੇਨ ਇਜ਼ ਨਾਟ ਐਨ ਇੰਡੀਪੈਂਡੈਂਟ ਕੰਟਰੀ। ਸੋ ਉਹਨੇ ਸਭ ਤੋਂ ਪਹਿਲਾਂ ਯੂਕਰੇਨ ਵੱਲ ਨਜ਼ਰ ਕੀਤੀ, ਔਰ ਯੂਕਰੇਨ ਦੇ ਵਿੱਚ ਨਜ਼ਰ ਕਰਨ ਦੇ ਵਿੱਚ ਤੁਸੀਂ ਇਮੇਜਿਨ ਕਰੋ ਕਿ ਜਿਹੜਾ ਪਹਿਲਾ ਏਰੀਆ ਉਸ ਨੂੰ ਕਿਹਾ ਜਾਂਦਾ, ਜਿਹੜਾ ਮਤਲਬ 2 ਨੇ ਰੀਜਨ ਜਿੱਤੇ ਨੇ, ਇਹ ਸਾਰੇ ਰੀਜਨ ਨੂੰ ਕਿਹਾ ਜਾਂਦਾ ਡੋਬਾਸ ਰੀਜਨ। ਇਸ ਰੀਜਨ ਦੇ ਵਿੱਚ ਉਹ ਉੱਥੇ ਆਲਰੇਡੀ 40 ਤੋਂ 50,000 ਰਸ਼ੀਅਨ ਸੋਲਜਰ ਜਿਹੜੇ ਨੇ ਆਲਰੇਡੀ ਬੈਠੇ ਹੋਏ ਸੀਗੇ ਪਿਛਲੇ ਕਈ ਮਹੀਨਿਆਂ ਤੋਂ। ਲੇਕਿਨ ਹੁਣ ਉਹਨੇ ਕੀ ਕੀਤਾ ਕਿ ਪਿਛਲੇ 3-4 ਮਹੀਨਿਆਂ ਦੇ ਵਿੱਚ 1,50,000 ਜਿਹੜੇ ਟਰੂਪਸ ਨੇ ਉਹਦੇ ਇਰਦ ਗਿਰਦ ਬੈਲਰੂਸ ਔਰ ਯੂਕਰੇਨ ਦੇ ਇਰਦ ਗਿਰਦ ਜਿਹੜੇ ਉੱਥੇ ਖੜੇ ਕਰ ਦਿੱਤੇ। ਔਰ ਇਹ ਗੱਲ ਵੀ ਪੱਕੀ ਹੈਗੀ ਆ ਕਿ ਉਸ ਦੇ ਨਾਲ ਉਸ ਨੇ ਰਸ਼ੀਆ ਨੇ ਜੀ ਮਿਸਾਈਲਸ, ਆਰਮਰਡ ਵਹੀਕਲਸ, बैटल टैंक्स, drones, electronic weapons system, soft aircraft and anti-aircraft guns, plus air force and sea force ਜਿਹੜੀ ਹੈ ਉਸ ਨੂੰ ਉੱਥੇ ਉਹਨਾਂ ਨੇ ਉਹ ਇਰਦ ਗਿਰਦ ਉਹਨੂੰ ਘੇਰ ਲਿਆ। ਹੁਣ ਇੱਕ ਰਾਤ ਪਹਿਲਾਂ ਮੈਕਰਨ ਜਿਹੜਾ ਕਿ ਪ੍ਰੈਜ਼ੀਡੈਂਟ ਹੈਗਾ ਫਰਾਂਸ ਦਾ, ਉਹਨੇ ਗੱਲ ਕੀਤੀ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਦੇ ਨਾਲ। ਪੁਤਿਨ ਨੇ ਕਿਹਾ ਕਿ ਮੈਂ ਆਈ ਐਮ ਰੈਡੀ ਟੂ ਟਾਕ ਐਂਡ ਮੀਟ ਇਨ ਪਰਸਨ ਬਾਈਡਨ, ਔਰ ਮੈਂ ਇਹਨੂੰ ਸੋਲਵ ਕਰਨ ਨੂੰ ਤਿਆਰ ਹਾਂ। ਲੇਕਿਨ
ਅਗਲੇ ਰਾਤ ਨੂੰ ਉਸ ਨੇ ਸਾਈਨ ਕਰ ਦਿੱਤਾ, ਇੱਕ ਸਾਈਨ ਦੇ ਨਾਲ ਉਸ ਨੇ 2 ਟੈਰੀਟਰੀਜ਼ ਨੂੰ ਇੰਡੀਪੈਂਡੈਂਟ ਕਰ ਦਿੱਤਾ ਔਰ ਇੱਕ ਕੰਟਰੀ ਦੇ 3 ਟੁਕੜੇ ਕਰ ਦਿੱਤੇ। ਕਿਉਂਕਿ ਪਹਿਲਾਂ ਕ੍ਰਾਈਮੀਆ ਟੁਕੜਾ ਕੀਤਾ, ਫਿਰ ਇਹ 2 ਜਿਹੜੇ ਰੀਜਨ ਹੈਗੇ ਨੇ ਇਹਨਾਂ ਨੂੰ ਉਹਨੇ ਮਿਲਾਇਆ ਔਰ ਇਹ ਜਿਹੜੇ ਰੀਜਨ ਮਿਲਣ ਦੇ ਬਾਅਦ ਕ੍ਰਾਈਮੀਆ ਦੇ 4 ਕੰਟਰੀ ਬਣ ਗਏ ਇੰਸਟੈਡ ਆਫ 1। ਸੋ ਇਹ ਜਿਹੜਾ ਪੁਤਿਨ ਨੇ ਕੀਤਾ, ਇਹਦੇ 'ਚ ਹੋਇਆ ਕਿ ਯੂਰਪ ਨੇ ਵੀ ਬੜੇ ਕਿਹਾ ਅਸੀਂ ਇਹ ਕਰ ਦਾਂਗੇ, ਉਹ ਕਰ ਦਾਂਗੇ। ਰਸ਼ੀਆ ਅਮਰੀਕਾ ਨੇ ਵੀ ਕਿਹਾ ਕਿ ਅਸੀਂ ਜੀ ਇਕਨੋਮਿਕ ਜਿਹੜੀਆਂ ਸੈਂਕਸ਼ਨਸ ਲਗਾ ਦਾਂਗੇ। ਹਰਜੀਤ ਜੀ, ਇਕਨੋਮਿਕ ਸੈਂਕਸ਼ਨਸ ਦੇ ਨਾਲ ਕੋਈ ਫਰਕ ਨਹੀਂ ਪੈਣਾ ਰਸ਼ੀਆ ਦੇ ਵਿੱਚ, ਨੋ ਨਾਟ ਇਵਨ 1% ਐਟ ਦਿਸ ਮੂਮੈਂਟ, ਕਿਉਂਕਿ ਰਸ਼ੀਆ ਜਿਹੜਾ ਉਹ ਸੈਕੰਡ ਲਾਰਜੈਸਟ ਪ੍ਰੋਡਿਊਸਰ ਹੈਗਾ ਆਇਲ ਦਾ ਵੀ ਤੇ ਨੈਚੁਰਲ ਗੈਸ ਦਾ ਵੀ, ਦੋਨਾਂ ਦਾ। ਅੱਛਾ, ਉਹਨੇ ਕੀ ਕੀਤਾ ਕਿ ਪਿਛਲੇ 7 ਸਾਲ ਉਹਨੇ ਲਗਾਤਾਰ ਚਾਈਨਾ ਨਾਲ ਮਿਲ ਕੇ ਬੜੀ ਵੱਡੀ ਪਾਈਪਲਾਈਨ ਬਣਾ ਲਈ। ਉਹ ਜਿਹੜੀ ਪਾਈਪਲਾਈਨ ਬਣਾਈ ਉਹ ਸੀਗੀ ਚਾਈਨਾ ਨੂੰ ਸਾਰੀ ਗੈਸ ਔਰ ਪੈਟਰੋਲ ਸਪਲਾਈ ਕਰਨ ਦੀ। ਅੱਛਾ, ਚਾਈਨਾ ਜਿੰਨਾ ਘਰ ਖਰੀਦਦਾ ਉਹਨਾਂ ਸਾਰਾ ਯੂਰਪ ਨਹੀਂ ਖਰੀਦਦਾ ਰਸ਼ੀਆ ਤੋਂ। ਚਾਈਨਾ ਦੀ ਇੰਨੀ ਡਿਮਾਂਡ ਹੈ। ਸੋ ਸਾਰਾ ਯੂਰਪ ਇਜ਼ ਨਾਟ ਇਕੁਇਵਲੈਂਟ ਟੂ ਚਾਈਨਾ। ਸੋ ਰਸ਼ੀਆ ਨੂੰ ਉਸ ਪਾਸਿਓਂ ਕੋਈ ਫਰਕ ਨਹੀਂ ਪੈਣਾ, ਚਾਈਨਾ ਨੇ ਉਹਨੂੰ ਪੈਸੇ ਦੇਈ ਜਾਣੇ ਔਰ ਚਾਈਨਾ ਦੀ ਜਿਹੜੀ ਸਪਲਾਈ ਲਾਈਨ ਹੈ ਉਹ ਬਿਲਕੁਲ ਕਲੀਅਰ ਹੋ ਗਈ, ਉਹਦੇ ਤੇ ਉਹਨੂੰ ਕੋਈ ਹੁਣ ਫਿਕਰ ਨਹੀਂ ਰਹਿਣਾ। ਇਹਨੇ ਕੀਮਤਾਂ ਵੀ ਵਧਾ ਦਿੱਤੀਆਂ। ਅੱਛਾ, ਜਿਹਦੇ ਨਾਲ ਯੂਰਪ ਦੇ ਉੱਪਰ ਫਰਕ ਪਏਗਾ, ਆਫ ਕੋਰਸ ਦੇयर इज नो डाउट ਅਬਾਊਟ ਇਟ, ਲੇਕਿਨ ਦੁਨੀਆ ਨੂੰ ਇਸ ਵਕਤ ਡਟ ਕੇ ਦਾ ਮੁਕਾਬਲਾ ਕਰਨਾ ਚਾਹੀਦਾ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕਿਆ ਵਰਲਡ ਤਿਆਰ ਹੈਗਾ ਵਰਲਡ ਵਾਰ ਲਈ ਜਾਂ ਨਹੀਂ? ਕਿਆ ਵਰਲਡ ਜਿਹੜਾ ਇਹ ਤਿਆਰ ਹੈਗਾ ਕਿ ਅਗਰ ਰਸ਼ੀਆ ਜਿਹੜਾ ਹੁਣ ਇਸ ਨੂੰ ਹੁਣ ਤੱਕ ਕਮ ਸੇ ਕਮ 120 ਬੰਦੇ ਮਰ ਚੁੱਕੇ ਨੇ ਯੂਕਰੇਨ ਦੇ ਸੋਲਜਰਸ ਜੀ, ਜਿਹੜੇ ਸਿਟੀਆਂ ਦੇ ਉੱਪਰ ਉਹਨਾਂ ਨੇ ਬੰਬਾਰਡਮੈਂਟ ਕੀਤੀ ਆ, ਉਹ ਅਲੱਗ ਆ। ਉਹਦੇ 'ਚ ਕਿੰਨੇ ਨੁਕਸਾਨ ਹੋਇਆ ਉਹਦੀ ਅਜੇ ਕੋਈ ਗਿਣਤੀ ਸਾਹਮਣੇ ਨਹੀਂ ਆਈ। ਲੇਕਿਨ ਤੁਸੀਂ ਇਹ ਦੇਖੋ ਕਿ ਜਿਹੜਾ ਨੁਕਸਾਨ ਹੋਣਾ, ਜਿਹੜਾ ਕਿ ਤੁਹਾਨੂੰ ਮੈਂ ਦੱਸਿਆ ਫਸਟ ਵਰਲਡ ਵਾਰ 'ਚ ਹੋਇਆ, ਸੈਕੰਡ ਵਰਲਡ ਵਾਰ ਵਿੱਚ ਹੋਇਆ, ਉਹ ਕਿੰਨੇ ਮਰਨਾ? ਉਹ ਮਰਨਾ ਸੋਲਜਰਸ ਨੇ ਔਰ ਆਮ ਆਦਮੀ ਨੇ, ਨਾ ਉਹਦੇ 'ਚ ਕਿਸੇ ਲੀਡਰ ਨੇ ਮਰਨਾ ਤੇ ਨਾ ਕਿਸੇ ਹੋਰ ਦਾ ਵੱਡੇ ਦਾ ਨੁਕਸਾਨ ਹੋਣਾ। ਸੋ ਇਹ ਜਿਹੜੀ ਇਸ ਵਕਤ ਬਹੁਤ ਐਕਸਪੈਂਸ਼ਨਿਸਟ ਪਾਲਿਸੀ ਆ। ਅੱਜ ਡਗ ਫੋਰਡ ਜਿਹੜਾ ਕਿ ਓਨਟੇਰੀਓ ਦਾ ਪ੍ਰੀਮੀਅਰ ਆ, ਉਹਨੇ ਕਿਹਾ ਕਿ ਇਹ ਬੰਦਾ ਠੱਗ ਹੈ ਔਰ ਇਹ ਲੁਟੇਰਾ ਔਰ ਇਹ ਬੰਦਾ ਡਿਕਟੇਟਰ ਹੈ। ਪਹਿਲੀ ਵਾਰੀ ਅੱਜ ਮੈਂ ਬ੍ਰਾਇਨ ਜੌਨਸਨ ਜਿਹੜਾ ਕਿ ਪ੍ਰਾਈਮ ਮਿਨਿਸਟਰ ਹੈ ਆਪਣੇ ਇੰਗਲੈਂਡ ਦਾ, ਉਹਦਾ ਜਦੋਂ ਮੈਂ ਬਿਆਨ ਸੁਣਿਆ, ਉਹਨੇ ਅੱਗੇ ਇਹਨੂੰ ਪ੍ਰੈਜ਼ੀਡੈਂਟ ਪਿਊਤਿਨ ਕਰਕੇ ਬੁਲਾਉਂਦਾ ਸੀ, ਅੱਜ ਉਹਨੇ ਕਿਹਾ ਡਿਕਟੇਟਰ ਪਿਊਤਿਨ ਹੈਜ਼ ਡਨ ਦਿਸ। ਸੋ ਦੈਟ ਲੈਂਗੁਏਜ ਜਿਹੜੀ ਹੈ ਨਾ ਉਹ ਬੜੀ ਚੇਂਜ ਹੋ ਗਈ ਹੈ। ਇਸ ਵੇਲੇ ਬੜਾ ਗੁੱਸਾ ਹੈਗਾ ਵੈਸਟ ਦੇ ਵਿੱਚ, ਲੇਕਿਨ ਉਹ ਗੁੱਸੇ ਨੂੰ ਕੀ ਕਰਨਗੇ, ਕਿਸ ਤਰੀਕੇ ਨਾਲ ਕੰਟਰੋਲ ਕਰਨਗੇ, ਇਹ ਇੱਕ ਬੜੀ ਵੱਡੀ ਗੱਲ ਹੈ। ਤੁਹਾਨੂੰ ਪਤਾ ਬੈਲਰੂਸ ਦੇ ਵਿੱਚ 70% ਜਿਹੜੀ ਬੈਲਰੂਸ ਦੀ ਪਾਪੂਲੇਸ਼ਨ ਹੈ ਉਹ ਸੜਕਾਂ 'ਤੇ ਆ ਗਈ ਸੀ, 70%, ਲੇਕਿਨ ਰਸ਼ੀਆ ਨੇ ਆਪਣੀਆਂ ਫੌਜਾਂ ਭੇਜ ਕੇ ਉਹਨੂੰ ਕ੍ਰਸ਼ ਕਰ ਦਿੱਤਾ। ਸੋ ਰਸ਼ੀਆ ਦਾ ਜਿਹੜਾ ਉਹ ਪੁਰਾਣਾ ਏਰੀਆ, ਜਿਹੜੇ ਪੁਰਾਣੇ ਕੰਟਰੀਜ਼ ਨੇ, ਉਹਨਾਂ ਨੂੰ ਉਹ ਨਹੀਂ ਚਾਹੁੰਦਾ ਕਿ ਉਹਦੇ ਹੱਥੋਂ ਬਾਹਰ ਨਿਕਲ। ਹੁਣ ਤੁਹਾਨੂੰ ਪਤਾ ਪਿੱਛੇ ਜੀ ਤਜ਼ਾਕਿਸਤਾਨ ਦੇ ਵਿੱਚ ਝਗੜਾ ਹੋਇਆ, ਉਹਨੇ ਉੱਥੇ ਫੌਜਾਂ ਆਪਣੀਆਂ ਭੇਜ ਦਿੱਤੀਆਂ। ਇਹ ਜਿੰਨੇ ਵੀ ਪੁਰਾਣੇ ਇਹਨਾਂ ਦੇ ਐਸੋਸੀਏਟ ਕੰਟਰੀ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਇਨੈਕਸ ਕੀਤਾ ਸੀ ਫਸਟ ਵਰਲਡ ਵਾਰ ਔਰ ਸੈਕੰਡ ਵਰਲਡ ਵਾਰ ਦਾ ਹੜਪ ਕੀਤਾ ਸੀਗਾ, ਉਹ ਕੰਟਰੀ ਆਜ਼ਾਦ ਹੋਏ ਸੀਗੇ। ਉਹ ਕੋਈ ਇਹਨਾਂ ਦੇ ਕੰਟਰੀ ਨਹੀਂ ਸੀਗੇ, ਉਹ ਇਹਨਾਂ ਦਾ ਹਿੱਸਾ ਨਹੀਂ ਸੀਗੇ। ਅੱਛਾ ਡਾਕਟਰ ਸਾਹਿਬ, ਮੈਂ ਬੜੀ ਸੋਹਣੀ ਤੁਸੀਂ ਗੱਲ ਸੁਣਾ ਰਹੇ, ਮੈਂ ਤੇਰੇ ਕੋਲ ਜਸਟ ਇੱਕ ਚੀਜ਼ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਸੋਵੀਅਤ ਯੂਨੀਅਨ ਬਿਲਡ ਹੋਇਆ, ਜਿਸ ਤਰ੍ਹਾਂ ਸੋਵੀਅਤ ਯੂਨੀਅਨ ਵੱਖ-ਵੱਖ ਕੰਟਰੀ ਆਪਣੇ ਵਿੱਚ ਮਿਲਾਏ ਜਾਂ ਹੜੱਪ ਕੀਤੇ ਕਹਿ ਸਕਦੇ ਆਪਾਂ, ਯੂਕਰੇਨ ਦੀ ਸਥਿਤੀ ਉਸ ਤੋਂ ਪਹਿਲਾਂ ਕੀ ਸੀ? ਕੀ ਉਹ ਰਸ਼ੀਆ ਦਾ ਪਾਰਟ ਸੀ ਉਦੋਂ, ਜਾਂ ਫਿਰ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਰੇਸ ਲੱਗੀ ਜਿਹੜੀ ਦੋ ਧੜਿਆਂ ਦੀ ਕਿ ਵੱਧ ਤੋਂ ਵੱਧ ਕਮਿਊਨਿਸਟ ਬਲਾਕ ਨੂੰ ਸਟਰੋਂਗ ਕੀਤਾ ਜਾਵੇ, ਉਦੋਂ ਉਹ ਕੰਟਰੀ ਵਿੱਚ ਰਲੇ ਸੀ, ਜਾਂ ਯੂਕਰੇਨ ਜਿਹੜਾ ਉਹਦੀ ਪਹਿਲਾਂ ਇੰਡੀਪੈਂਡੈਂਟ ਕੰਟਰੀ ਵਾਲੀ ਕੋਈ ਹਸੀਅਤ ਸੀ, ਜਾਂ ਪਾਰਟ ਹੀ ਰਸ਼ੀਆ ਦਾ ਸੀ ਉਹ? ਦੇਖੋ ਹਰਜੀਤ ਜੀ, ਦੋ ਗੱਲਾਂ ਨੇ ਇਹਦੇ 'ਚ। ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਗਰ ਅਸੀਂ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਇਨਵੋਲਵ ਕਰਾਂਗੇ ਤੇ ਫਿਰ ਤੇ ਸਾਰਾ ਯੂਰਪ ਕਿਸੇ ਜ਼ਮਾਨੇ ਦੇ ਵਿੱਚ ਇਟਲੀ ਨੇ ਕੈਪਚਰ ਕੀਤਾ ਹੋਇਆ ਸੀਗਾ। ਫਿਰ ਸਾਰਾ ਯੂਰਪ ਜਿਹੜਾ ਆਟੋਮਨ ਦਾ ਸੀਗਾ, ਹਾਂਜੀ, 14th ਸੈਂਚੁਰੀ ਦੇ ਵਿੱਚ, 13th 14th ਸੈਂਚੁਰੀ ਆਟੋਮਨ ਜਿਹੜਾ ਸੀਗਾ ਉਹ ਰੂਲ ਕਰਦਾ ਸੀ। ਬੈਕਗਰਾਊਂਡ ਦੇ ਵਿੱਚ ਉਹਦਾ ਇਟ ਹੈਜ਼ ਨਥਿੰਗ ਟੂ ਡੂ,
the country has become ਨਹੀਂ independent. ਆਈ ਜਸਟ ਮੀਨ ਕਿ ਜਾਰ ਦੇ ਵੇਲੇ ਜਦੋਂ ਜਾਰਸ਼ਾਹੀ ਸੀ ਨਹੀਂ ਉੱਥੇ ਨਹੀਂ kingdom- ਜ਼ਾਰ ਦੇ ਵੇਲੇ ਇਹ ਪਾਰਟ ਆਫ ਰਸ਼ੀਆ ਨਹੀਂ ਸੀਗਾ, ਲੇਕਿਨ ਇਟ ਇਜ਼ ਬੇਸਿਕਲੀ ਐਡਮਿਨਿਸਟਰਡ ਬਾਈ ਰਸ਼ੀਅਨ ਜ਼ਾਰ। ਅੱਛਾ ਠੀਕ। ਇਟ ਵਾਸ ਨੈਵਰ ਅ ਪਾਰਟ ਆਫ ਰਸ਼ੀਆ, ਕਿਉਂਕਿ ਜਿਹੜੀ ਯੂਕਰੇਨ ਹੈ ਉਹਨਾਂ ਦੀ ਆਪਣੀ ਕਲਚਰ ਹੈ, ਉਹਨਾਂ ਦੀ ਆਪਣੇ ਲੋਕ ਨੇ, ਉਹਨਾਂ ਦੀ ਆਪਣੀ ਬੋਲੀ ਵੀ ਸੀਗੀ, ਜਿਹੜੀ ਕਿ ਬਾਅਦ ਦੇ ਵਿੱਚ ਰਸ਼ੀਆ ਦੇ ਉੱਥੇ ਜਾਣ ਦੇ ਨਾਲ ਖਤਮ ਹੋ ਗਈ, ਦੁਬਾਰਾ ਰਿਵਾਈਵ ਹੋਈ ਪਿਛਲੇ 20 ਸਾਲਾਂ ਦੇ ਵਿੱਚ, 30 ਸਾਲਾਂ ਦੇ ਵਿੱਚ। ਉਹ ਜਿਹੜੀ ਰਿਵਾਈਵ ਹੋਈ ਆ ਹਾਂਜੀ, ਉਹਨਾਂ ਦੀ ਆਪਣੀ ਕਲਚਰ ਸੀ, ਆਪਣਾ ਨੇਸ਼ਨ ਸੀਗਾ, ਸਭ ਕੁਝ ਸੀਗਾ। ਲੇਕਿਨ ਹੁਣ ਅਸੀਂ ਇਹ ਕਹੀਏ ਕਿ ਉਹ ਪਾਰਟ ਆਫ ਰਸ਼ੀਆ ਸੀਗਾ, ਇਹ ਇੱਕ ਕਹਿਣ ਦੀ ਗੱਲ ਹੈ। ਇਹੋ ਹੀ ਤੇ ਪੁਤਿਨ ਕਹਿੰਦਾ ਕਿ ਕ੍ਰੈਮਲਿਨ ਵਾਸ ਨੈਵਰ ਐਨ ਇੰਡੀਪੈਂਡੈਂਟ ਕੰਟਰੀ, ਇਟ ਵਾਸ ਅ ਪਾਰਟ ਆਫ ਰਸ਼ੀਆ। ਤਾਂ ਇੱਦਾਂ ਤੇ ਕੱਲ ਨੂੰ ਫਿਰ ਜਿਹੜੇ ਹੁਣ ਉਜ਼ਬੇਕਿਸਤਾਨ, ਤਜ਼ਾਕਿਸਤਾਨ ਹਾਂਜੀ ਹੋਰ ਜਿਹੜੇ ਕੰਟਰੀ ਨੇ, ਉਹ ਕਹੇਗਾ ਇਹ ਵੀ ਮੇਰੀ ਕੰਟਰੀ ਨੇ। ਸੋ ਇਹ ਜਿਹੜੀ ਆਰਗੂਮੈਂਟ ਹੈ ਨਾ, ਨਹੀਂ ਮੈਂ ਆਰਗੂਮੈਂਟ ਨਹੀਂ ਹੈ, ਮੈਂ ਸਿਰਫ ਜਸਟ ਤੁਹਾਡੇ ਕੋਲੋਂ ਹਿਸਟੋਰੀਕਲ ਫੈਕਟਸ ਜਾਨਣਾ ਚਾਹ ਰਿਹਾ ਸੀਗਾ, ਕਿਉਂਕਿ ਤੁਸੀਂ ਕਾਫੀ ਵਿਸਤਾਰ 'ਚ ਡੀਪਲੀ ਇਹਨੂੰ ਸਟੱਡੀ ਵੀ ਕੀਤਾ ਔਰ ਤੁਸੀਂ ਇਹਦੇ ਬਾਰੇ ਜਾਣਦੇ ਹੋ। ਮੈਂ ਤੁਹਾਡੇ ਕੋਲ ਸਿਰਫ ਇਹ ਜਾਣਨਾ ਚਾਹੁੰਦਾ ਸੀ, ਜਿੱਦਾਂ ਚੈਕੋਸਲੋਵਾਕੀਆ ਦੀ ਗੱਲ ਕਰਦੇ ਹਾਂ, ਪੋਲੈਂਡ ਦੀ ਗੱਲ ਕਰਦੇ ਹਾਂ, ਜਿਹੜੇ ਕੰਟਰੀ ਉਹਨਾਂ ਨੇ ਬਾਅਦ ਵਿੱਚ ਕਮਿਊਨਿਸਟ ਬਲਾਕ ਸ਼ਾਮਿਲ ਕੀਤੇ, ਪਰ ਕੁਝ ਰਸ਼ੀਅਨ ਜਿਹੜਾ ਏਰੀਆ ਪਹਿਲਾ ਸੀਗਾ ਜਿਹਦੇ ਵਿੱਚ ਮੈਂ ਉਹ ਜਾਣਨਾ ਚਾਹੁੰਦਾ, ਕਿਉਂਕਿ ਮੈਂ ਜਦੋਂ ਕਦੀ ਪੜ੍ਹਦਾ ਸੀਗਾ ਰਸ਼ੀਅਨ ਰੈਵੋਲੂਸ਼ਨ ਬਾਰੇ ਥੋੜ੍ਹਾ ਬਹੁਤਾ, ਤੇ ਉਹਦੇ ਵਿੱਚ ਉਦੋਂ ਵੀ ਯੂਕਰੇਨ ਇੱਕ ਵੱਡਾ ਅੜਿੱਕਾ ਬਣਿਆ ਸੀ ਕਿਤੇ ਨਾ ਕਿਤੇ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੁਰਾਣੇ ਸੰਬੰਧ ਵੀ ਇਹਨਾਂ ਦੇ ਗੜਬੜਾਹਟ ਵਾਲੇ ਰਹੇ ਨੇ ਕਿਤੇ ਨਹੀਂ। ਜ਼ਾਰ ਜਿਹੜਾ ਨਾ, ਉਹ ਵੀ ਤਾਂ ਐਕਸਪੈਂਸ਼ਨਿਸਟ ਪਾਲਿਸੀ ਨੂੰ ਬਲੀਵ ਕਰਦਾ ਸੀ ਨਾ, ਉਹ ਵੀ ਚਾਹੁੰਦਾ ਸੀਗਾ ਕਿ ਮੈਂ ਸਾਰੇ ਯੂਰਪ ਨੂੰ ਰੂਲ ਕਰਾਂ। ਲੇਕਿਨ ਇਹ ਹੋਈਆਂ ਕਿ ਰਿਸ਼ਤੇਦਾਰੀਆਂ ਨਿਕਲ ਆਈਆਂ ਹਾਂਜੀ, ਜ਼ਾਰ ਦੀਆਂ ਰਿਸ਼ਤੇਦਾਰੀਆਂ ਇੰਗਲੈਂਡ ਕਿੰਗ ਔਰ ਕੁਈਨ ਦੇ ਨਾਲ ਹਾਂਜੀ, ਜਰਮਨ ਦੇ ਜਿਹੜੇ ਕਿੰਗ ਸੀਗੇ ਉਹਨਾਂ ਦੇ ਨਾਲ, ਜਿਹੜੇ ਨਾਰਵੇ ਔਰ ਡੈਨਮਾਰਕ ਔਰ ਹਾਲੈਂਡ ਦੇ ਕਿੰਗ ਸੀਗੇ, ਇਹਨਾਂ ਦੀ ਇਹ ਆਪਸ ਦੇ ਸਾਰੇ ਕਜ਼ਨ ਕੁਜ਼ਨ ਸੀਗੇ, ਤੇ ਆਲ ਵਾਸ ਵਨ। ਅੱਛਾ, ਉਹਨਾਂ ਦੇ ਵਿੱਚੋਂ ਫਿਰ ਉਹ ਜਿਹੜਾ ਉਹ ਐਕਸਪੈਂਸ਼ਨਿਜ਼ਮ ਯੂਰਪ ਨੂੰ ਕੌਂਕਰ ਕਰਨਾ ਚਾਹੁੰਦਾ ਸੀ, ਉਹਦੀ ਕਪੈਸਿਟੀ ਸੀਗੀ, ਉਹ ਕਰ ਸਕਦਾ ਸੀ, ਲੇਕਿਨ ਉਹਨੇ ਕੀਤਾ ਨਹੀਂ ਹੈਗਾ, ਕਿਉਂਕਿ ਇਹ ਫਿਰ ਸਾਰੇ ਰਿਸ਼ਤੇਦਾਰ ਸਾਹਮਣੇ ਆ ਗਏ। ਸੋ ਮੈਂ ਸਮਝਦਾ ਕਿ ਬੇਸਿਕਲੀ ਯੂਕਰੇਨ ਵਾਜ਼ ਨੈਵਰ a part and parcel of Russian culture, but yes, at one time administered by the Russian administration. ਜੀ। ਅੱਛਾ ਡਾਕਟਰ ਸਾਹਿਬ, ਮੈਂ ਹੁਣ ਤੁਹਾਨੂੰ ਹਿਸਟਰੀ ਬਾਰੇ ਕਾਫੀ, ਚਲੋ ਇਹ ਗੱਲ ਤੋਂ ਮੈਨੂੰ ਸਮਝ ਲੱਗ ਗਈ ਵੀ ਕਿਸ ਤਰ੍ਹਾਂ ਸੀਗਾ। ਹੁਣ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਜਿਹੜਾ ਫੌਰੀ ਵਜ੍ਹਾ ਬਣੀ ਆ, ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਯੂਕਰੇਨ ਜਿਹੜਾ ਉਹਦਾ ਜੀਓਗ੍ਰਾਫੀਕਲ ਏਰੀਆ ਦੇ ਹਿਸਾਬ ਨਾਲ ਜਦੋਂ ਵੇਖਦੇ ਆ, ਮੈਂ ਨਕਸ਼ੇ ਵੇਖ ਰਿਹਾ ਸੀ ਜਦੋਂ ਹੁਣ ਚੈਨਲ ਖਬਰਾਂ ਦੇ ਰਹੇ ਆ, ਤੇ 3 ਪਾਸਿਆਂ ਤੋਂ ਰਸ਼ੀਆ ਦੀ ਟੈਰੀਟਰੀ ਨੂੰ ਉਹ ਟੱਚ ਕਰਦਾ ਆ, ਤੇ ਉਹ ਜਿਹੜੀ ਪਲੀ ਲੈ ਰਹੇ ਪੁਤਿਨ ਹੀਰੀ, ਉਹ ਮੈਨੂੰ ਪਤਾ ਹੈ ਕਿ ਪੋਲੀਟੀਕਲ ਸਾਰੀਆਂ ਹੁੰਦੀਆਂ ਉਹਨਾਂ ਦੀਆਂ ਮੂਵ, ਲੋਕਾਂ ਦੀਆਂ ਜਦੋਂ ਪੋਲੀਟੀਕਲ ਲੜਾਈਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ, ਤੇ ਉਹਦੇ ਵਿੱਚ ਆਪਣੇ ਸਟੈਂਡ ਨੂੰ ਪੁਖਤਾ ਰੱਖਣ ਲਈ ਉਹ ਪੋਲੀਟੀਕਲ ਮੂਵ ਦੇ ਤੌਰ ਤੇ ਜ਼ਰੂਰ ਕਹਿਣਗੇ। ਉਹ ਕਹਿ ਰਹੇ ਨੇ ਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸਾਡੇ 3 ਪਾਸਿਆਂ ਤੋਂ ਜੇ ਯੂਕਰੇਨ ਨਾਟੋ ਦਾ ਹਿੱਸਾ ਬਣ ਜਾਂਦਾ ਹੈ, ਜਿਹੜੀ ਨਾਟੋ ਨੂੰ ਐਪਲੀਕੇਸ਼ਨ ਲਾਈ ਹੋਈ ਆ ਉਹਨਾਂ ਵੀ ਮੈਂ ਤੁਹਾਡਾ ਹਿੱਸਾ ਬਣਨਾ ਚਾਹੁੰਦਾ ਆ, ਤੇ ਸਾਡੀ ਟੈਰੀਟਰੀ ਨੂੰ ਖਤਰਾ ਪੈਦਾ ਹੁੰਦਾ, ਨਾਟੋ ਆ ਕੇ ਸਾਡੇ ਸਿਰ ਤੇ ਮਿਜ਼ਾਈਲਾਂ ਵਗੈਰਾ ਫਿੱਟ ਕਰ ਦੇਗਾ, ਤੇ ਅਸੀਂ ਉਹਨੂੰ ਰੋਕਣ ਲਈ ਇਹ ਰਿਕੁਐਸਟ ਕੀ ਮਤਲਬ ਰੋਕਣਾ ਚਾਹੁੰਦੇ ਆ, ਜਿਹੜਾ ਉਹ ਰੁਕ ਨਹੀਂ ਰਹੇ। ਤੇ ਦੂਜੇ ਪਾਸੇ ਦੁਨੀਆ ਇਹ ਵੀ ਕਹਿੰਦੀ ਆ ਕਿ ਹਰ ਕੰਟਰੀ ਜਿਹੜਾ ਉਹਦੀ ਸੋਵਰੇਨਟੀ ਆ, ਉਹਦੀ ਮਰਜ਼ੀ ਆ ਕਿ ਉਹ ਕਿਹੜੇ ਬਲਾਕ ਨਾਲ ਰਹਿਣਾ ਚਾਹੁੰਦਾ, ਨਿਰਪੱਖ ਰਹਿਣਾ ਚਾਹੁੰਦਾ, ਕਿਸੇ ਬਲਾਕ ਨਾਲ ਰਹਿਣਾ ਚਾਹੁੰਦਾ, ਜਾਂ ਕਿਸ ਤਰ੍ਹਾਂ ਕਰਨਾ ਚਾਹੁੰਦਾ। ਸੋ ਇਹ ਜਿਹੜਾ ਮੁੱਖ ਕਾਰਨ ਇਹੀ ਬਣਿਆ, ਜਾਂ ਇਹਦੇ ਇਲਾਵਾ ਵੀ ਕੋਈ ਹੋਰ ਕਾਰਨ ਤੁਹਾਨੂੰ ਨਜ਼ਰ ਆਉਂਦੇ ਆ? ਦੇਖੋ, ਇਹਦੇ ਪਿੱਛੇ ਇੱਕ ਹੋਰ ਸਾਈਕੀ ਹੈਗੀ ਆ। 1961 ਦੇ ਵਿੱਚ ਹਾਂਜੀ, ਜਦੋਂ ਕਿਊਬਾ ਦੇ ਉੱਪਰ ਹਮਲਾ ਕੀਤਾ ਗਿਆ ਔਰ 62 ਦੇ ਮਿਸਾਈਲ ਦਾ ਇਸ਼ੂ ਜਿਹੜਾ ਰਾਈਜ਼ ਹੋਇਆ, ਉਦੋਂ ਦਾ ਗੁੱਸਾ ਜਿਹੜਾ ਹੈ ਉਹ ਰਸ਼ੀਅਨਸ ਦੇ ਵਿੱਚ ਹੈਗਾ ਕਿ ਸਾਨੂੰ ਇਹਨਾਂ ਨੇ ਉੱਥੋਂ ਅਮਰੀਕਨ ਨੇ ਬਾਹਰ ਕੱਢਿਆ, ਦਬਾਇਆ, ਇਹ ਕਹਿ ਕੇ ਕਿ ਤੁਸੀਂ ਸਾਡੇ ਸ਼ੋਰ ਦੇ ਕੋਲ ਨਹੀਂ ਆ ਸਕਦੇ। ਉਹ ਗੁੱਸਾ ਜਿਹੜਾ ਇਹਨਾਂ ਦੇ ਸਾਈਕੋਲੋਜੀਕਲੀ ਦਿਮਾਗ ਦੇ ਵਿੱਚ ਬੈਠਾ ਹੋਇਆ। They have not forgotten that. ਔਰ ਵਾਕਿਆ ਇਹ ਬੜੀ ਕੋਰਿਲੇਟ ਕਰਨ ਵਾਲੀ ਗੱਲ ਤੁਸੀਂ ਕੀਤੀ ਆ। ਵਾਕਿਆ ਹੀ ਕਿ ਜੇ ਕਿਊਬਾ ਜਾ ਕੇ ਰਸ਼ੀਆ ਬੈਠਦਾ ਆ ਤੇ ਅਮਰੀਕਾ ਨੂੰ ਉਸ ਤਰ੍ਹਾਂ ਦੀ ਤੁੜਤੜੀ ਲੱਗਦੀ ਹੈ ਜਿਹੜੀ ਅੱਜ ਰਸ਼ੀਆ ਨੂੰ ਲੱਗ ਰਹੀ ਸੀ ਕਿ ਜੇ ਯੂਕਰੇਨ ਦੇ ਵਿੱਚ ਨਾਟੋ ਫੋਰਸਸ ਆ ਜਾਂਦੀਆਂ ਤਾਂ ਫਿਰ ਮੇਰੀ ਥੋੜ੍ਹੀ ਜਿਹੀ ਹਾਲਾਤ ਖਰਾਬ ਹੋ ਸਕਦੀ ਹੈ। ਮੈਂ ਇਹ ਮੰਨਦਾ ਜੀ ਕਿ ਜਦੋਂ ਰਸ਼ੀਆ ਨੇ ਆਫਰ ਕੀਤਾ ਸੀਗਾ ਹਾਂਜੀ ਕਿ ਭਈ ਤੁਸੀਂ ਭਾਈ ਨਾਟੋ ਜਿਹੜਾ ਉਹ ਇਹ ਕਹਿ ਦੇਵੇ ਕਿ ਅਸੀਂ ਇਹਨੂੰ ਯੂਕਰੇਨ ਨੂੰ ਮੈਂਬਰ ਨਹੀਂ ਬਣਾਵਾਂਗੇ, ਯੂਕਰੇਨ ਵਿਲ ਰਿਮੇਨ ਐਨ ਇੰਡੀਪੈਂਡੈਂਟ। ਦੇਖੀਏ, ਕਿਤੇ ਨਾ ਕਿਤੇ ਗਿਵ ਐਂਡ ਟੇਕ ਕਰਨਾ ਪੈਂਦਾ। ਇਹ ਰਸ਼ੀਆ ਦੀ ਮੈਂ ਸਮਝਦਾ ਕਿ ਇੱਕ ਜਾਇਜ਼ ਡਿਮਾਂਡ ਸੀਗੀ ਕਿ ਭਾਈ ਮੇਰੇ ਇਰਦ ਗਿਰਦ
ਤੁਸੀਂ ਆਲਰੇਡੀ ਹੀ ਨਾਟੋ ਨੇ ਆਲਰੇਡੀ ਸਾਰੇ ਕੰਟਰੀ ਸੰਭਾਲੇ ਹੋਏ ਨੇ ਯੂਰਪ ਦੇ, ਸਾਰੇ ਯੂਰਪ ਜੀ ਦੇ ਜੀ ਸਾਰੇ ਕੰਟਰੀ ਨਾਟੋ ਦੇ ਨੀਅਰ ਅਬਾਊਟ ਮੈਂਬਰ ਨੇ। ਲੇਕਿਨ ਇੱਕ ਬੈਲਰੂਸ ਰਹਿ ਗਿਆ, ਇਹ ਰਹਿ ਗਿਆ, ਹੋਰ ਛੋਟੇ ਛੋਟੇ ਕੰਟਰੀ 2-3 ਹੈਗੇ ਨੇ, ਉਹ ਨਹੀਂ ਬਣੇ ਮੈਂਬਰ। ਉਹ ਇਸ ਕਰਕੇ ਉਹਨਾਂ ਦੀ ਇਹ ਗੱਲ ਮੈਂ ਸਮਝਦਾ ਕਿ ਇਹਦੇ 'ਚ ਲੌਜਿਕ ਸੀਗਾ ਕਿ ਭਾਈ ਤੁਸੀਂ ਮੇਰੇ ਇਰਦ ਗਿਰਦ ਆ ਕੇ ਨਾ ਬੈਠੋ, ਮੈਂ ਤੁਹਾਨੂੰ ਮਤਲਬ ਗਰੰਟੀ ਦਿੰਦਾ ਇਨ ਰਾਈਟਿੰਗ ਕਿ ਹਾਂ ਵੀ ਅਸੀਂ ਅਟੈਕ ਨਹੀਂ ਕਰਾਂਗੇ, ਇਹਨਾਂ ਨੂੰ ਆਪਣੀ ਗਵਰਨਮੈਂਟ ਚਲਾਉਣ ਦੇਵਾਂਗੇ, ਲੇਕਿਨ ਤੁਸੀਂ ਵੀ ਸਾਨੂੰ ਇਨ ਰਾਈਟਿੰਗ ਲਿਖ ਕੇ ਦਿਓ ਕਿ ਯੂਕਰੇਨ ਵਿਲ ਨੈਵਰ ਬੀ ਅ ਮੈਂਬਰ ਆਫ ਦਾ ਨੈਟੋ। ਇੱਕ ਜਾਇਜ਼ ਡਿਮਾਂਡ ਮੈਂ ਸਮਝਦਾ ਇਹ ਜਾਇਜ਼ ਡਿਮਾਂਡ ਸੀਗੀ, ਲੇਕਿਨ ਅਮਰੀਕਾ ਦੀ ਜਿਹੜੀ ਫਿਲਾਸਫੀ ਆ ਕਿ ਨਹੀਂ ਅਸੀਂ ਇਸ ਨੂੰ ਨਹੀਂ ਉੱਠਣ ਦੇਣਾ, ਕਿਉਂਕਿ ਉਹਨਾਂ ਦੀ ਕੋਲਡ ਵਾਰ ਦੀ ਜਦੋਂ ਦੀ ਲੜਾਈ ਚੱਲ ਰਹੀ ਆ, ਉਸ ਕੋਲਡ ਵਾਰ ਦੇ ਵਿੱਚ ਇਹ ਗੱਲ ਸੀਗੀ ਕਲੀਅਰ ਕਿ ਜੇ ਰਸ਼ੀਆ ਸੁਪਰ ਪਾਵਰ ਨਹੀਂ, ਜੇ ਰਸ਼ੀਆ ਵੀ ਸੁਪਰ ਪਾਵਰ ਬਣ ਗਿਆ, ਚਾਈਨਾ ਆਲਰੇਡੀ ਸੁਪਰ ਪਾਵਰ ਹੈ, ਤੇ ਫਿਰ ਅਸੀਂ ਕਿੱਥੇ ਜਾਵਾਂਗੇ ਸਾਰੇ ਜਣੇ। ਇਹਦੇ ਪਿੱਛੇ ਫਿਲਾਸਫੀ ਇਹ ਆ। ਅੱਛਾ ਤੁਸੀਂ ਦੇਖੋ ਕਿ ਬੜੀ ਮਜ਼ੇ ਦੀ ਗੱਲ ਕਿ ਪੁਤਿਨ ਸਾਹਿਬ ਕਿੰਨੇ ਇੰਟੈਲੀਜੈਂਟ ਨੇ, KGB ਦਾ ਆਦਮੀ ਆ, ਉਹ ਇੱਥੇ ਓਲੰਪਿਕਸ ਦੇ ਵਿੱਚ ਚਾਈਨਾ ਜਾ ਕੇ ਉਹ ਸਾਈਨ ਕਰਾਇਆ, ਐਗਰੀਮੈਂਟ ਸਾਈਨ ਕਰਾਇਆ ਚਾਈਨਾ ਤੋਂ। ਉਹਨੂੰ ਪਤਾ ਸੀਗਾ ਕਿ ਮੈਂ ਕੱਲ ਨੂੰ ਜਿਹੜਾ ਯੂਕਰੇਨ ਦੇ ਉੱਪਰ ਹਮਲਾ ਕਰਨਾ। ਅੱਛਾ ਇੱਕ ਡਿਫੈਂਸ ਟ੍ਰੀਟੀ ਸਾਈਨ ਹੋ ਗਈ, ਇੱਕ ਵਪਾਰ ਦਾ ਸਾਰਾ ਕੰਮ ਤਿਆਰ ਹੋ ਗਿਆ। ਆਪਣੀ ਉਹਦੀ ਜਿਹੜੀ ਉਹਦਾ ਮਟੀਰੀਅਲ ਵੇਚਣਾ ਸੀਗਾ ਜਿਹੜਾ ਯੂਰਪ ਨੂੰ ਵੇਚਦਾ ਸੀਗਾ, ਯੂਰਪ ਦੇ 60% ਕੰਟਰੀ ਡਿਪੈਂਡ ਅਪਨ ਨੈਚੁਰਲ ਗੈਸ ਆਫ ਰਸ਼ੀਆ, ਡਿਪੈਂਡ ਅਪਨ। ਅੱਛਾ ਹੁਣ ਉਹ ਇੰਨੀ ਜਿਹੜੀ ਕੁਆਂਟੀਟੀ ਹੈਗੀ ਆ ਉਨੀ ਤੇ ਉਹ ਆਰਾਮ ਦੇ ਨਾਲ ਚਾਈਨਾ ਜਿਹੜਾ ਹਾਂਜੀ ਉਹ ਉਹਨੂੰ ਐਬਜ਼ੌਰਬ ਕਰ ਸਕਦਾ। ਦੇयर ਇਜ਼ ਨੋ ਪ੍ਰੋਬਲਮ। ਇੱਥੇ ਇੱਕ ਸਵਾਲ ਹੈ ਕਿ ਠੀਕ ਹੈ ਰਸ਼ੀਆ ਨਾਲ ਉਹਨਾਂ ਦੀ ਬਿਜ਼ਨਸ ਦੇ ਸੰਬੰਧ ਤੇ ਠੀਕ ਹੋ, ਮੈਂ ਮੰਨ ਗਿਆ ਤੁਹਾਡੀ ਗੱਲ, ਜਿਹੜੀ ਇਕਨੋਮੀ ਦੀ ਲੜਾਈ ਵੀ ਵਰਲਡ ਤੇ ਚੱਲ ਰਹੀ ਹੈ ਉਹਦੇ ਵਿੱਚ ਤੇ ਉਹ ਬੈਲੈਂਸ ਕਰ ਲਿਆ ਹੋਏਗਾ ਉਹਨੇ ਆਪਣਾ ਵੀ ਕੱਲ ਨੂੰ ਜੇ ਇੱਦਾਂ ਦੇ ਹਾਲਾਤ ਹੁੰਦੇ ਆ ਤੇ ਮੇਰੇ ਕੋਲ ਇੱਕ ਵੱਡਾ ਖਰੀਦਦਾਰ ਚਾਈਨਾ ਹੈ ਜਿੱਦਾਂ ਤੁਸੀਂ ਦੱਸ ਰਹੇ ਹੋ। ਪਰ ਜਿਹੜੀ ਡਿਪੈਂਡੈਂਸੀ ਹੈ ਯੂਰਪ ਦੀ ਰਸ਼ੀਆ ਦੇ ਉੱਤੇ, ਕਿਹਾ ਜਾ ਰਿਹਾ ਹੈ ਕਿ 90% ਤੱਕ ਦਾ ਜਿਹੜਾ ਆਇਲ ਤੇ ਨੈਚੁਰਲ ਗੈਸ ਹੈ ਜਰਮਨ ਜਿਹੜਾ ਆ ਉਹ ਡਿਪੈਂਡ ਕਰਦਾ ਆ। ਇਸੇ ਤਰ੍ਹਾਂ ਹੀ ਬਾਕੀ ਜਿਹੜੇ ਯੂਰਪੀਅਨ ਮੁਲਕ ਨੇ, ਖਾਸ ਕਰਕੇ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਨੇ, ਉਹ ਲੱਖ ਕਹੀ ਜਾਣ ਕਿ ਅਸੀਂ ਪਾਬੰਦੀਆਂ ਲਾ ਦਾਂਗੇ, ਜੇ ਕਰ ਦਾਂਗੇ, ਪਰ ਉਹਨਾਂ ਦਾ ਵੀ ਰਸ਼ੀਆ ਬਿਨਾਂ ਸਰਦਾ ਨਹੀਂ ਆ। ਠੀਕ ਹੈ ਹਾਂਜੀ ਹਰਜੀਤ ਜੀ, ਇਹ ਹੁਣ ਨਹੀਂ ਸਿਚੁਏਸ਼ਨ ਰਹੀ, ਕਿਉਂਕਿ ਇਸ ਵਕਤ ਕਤਾਰ ਜਿਹੜਾ ਉਹ ਦੁਨੀਆ ਦਾ ਸਭ ਤੋਂ ਵੱਡਾ ਨੈਚੁਰਲ ਗੈਸ ਪ੍ਰੋਡਿਊਸਰ ਹੈ। ਅੱਛਾ ਜੀ। ਅੱਛਾ ਇੰਨੇ ਦੁਨੀਆ ਦੇ ਵਿੱਚ ਐਡੇ ਵੱਡੇ ਸ਼ਿਪਸ ਹੈਗੇ ਨੇ ਕਿ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੋਏ ਨੇ ਯੂਰਪ ਔਰ ਅਮਰੀਕਾ ਦੇ ਕਹੇ ਦੇ ਉੱਪਰ ਔਰ ਇੰਗਲੈਂਡ ਦੇ ਕਹੇ ਦੇ ਉੱਪਰ ਕਿ ਸਾਰੀ ਦੀ ਸਾਰੀ ਗੈਸ ਜਿਹੜੀ ਆ ਉੱਥੋਂ ਉਹਦੇ ਚ ਭਰ ਕੇ ਉੱਥੇ ਆਫਟਰ ਗੈਸ ਲਿਕੋਫਾਈ ਹੁੰਦੀ ਹੈ ਨਾ, ਉਸਦੇ ਨਹੀਂ ਹੋ ਇਹ ਕੋਈ ਸੁੱਕੀ ਗੈਸ ਤੇ ਨਹੀਂ ਨਾ ਹੈਗੀ। ਹਾਂਜੀ ਬਿਲਕੁਲ ਲਿਕੋਫਾਈ ਗੈਸ ਹੁੰਦੀ ਹੈ, ਲਿਕੋਫਾਈ ਆ। ਇਹ ਉਹਨਾਂ ਨੇ ਟੈਂਕ ਜਿਹੜੇ ਨੇ ਐਡੇ ਵੱਡੇ ਹੈਗੇ ਨੇ ਕਿ ਇੱਕ ਟੈਂਕ ਜਿਹੜਾ ਇੱਕ ਮਹੀਨੇ ਦੀ ਸਪਲਾਈ ਕਰ ਸਕਦਾ ਉਹਨਾਂ ਕੰਟਰੀਆਂ ਨੂੰ। ਕੋਈ ਛੋਟੇ ਕੰਟਰੀ ਹੈ ਨਾ, ਉਹਨਾਂ ਦੀ ਕੋਈ ਸਭ ਤੋਂ ਜ਼ਿਆਦਾ ਜਿਹੜੀ ਡਿਮਾਂਡ ਹੈ ਉਹ ਜਰਮਨੀ ਦੇ ਵਿੱਚ ਹੈ, ਕਿਉਂਕਿ ਉਹ ਇੰਡਸਟਰੀਅਲ ਕੰਟਰੀ ਹੈ। ਹਾਂਜੀ ਫਿਰ ਉਹਦੇ ਬਾਅਦ ਫਰਾਂਸ ਹੈ, ਫਿਰ ਇਟਲੀ ਹੈ। ਸੋ ਉਹ ਠੀਕ ਹੈ, ਉਹਨਾਂ ਨੂੰ ਤਕਲੀਫ ਆਏਗੀ 5-6 ਮਹੀਨੇ ਹੋ ਸਕਦਾ, ਲੇਕਿਨ ਅਲਟੀਮੇਟਲੀ ਉਹ ਸੋਲਿਊਸ਼ਨ ਜਿਹੜਾ ਉਹਨਾਂ ਦੇ ਕੋਲ ਆਲਰੇਡੀ ਹੈਗਾ, ਉਹਦੇ ਤੇ ਉਹ ਕੰਮ ਕਰ ਚੁੱਕੇ ਹੋਏ ਨੇ। ਸੋ ਦੇ ਹੈਵ ਨੋ ਪ੍ਰੋਬਲਮ। ਅੱਛਾ ਮੇਰਾ ਇੱਕ ਸਵਾਲ ਇਹ ਹੈ, ਜਿੱਦਾਂ ਤੁਸੀਂ ਦੱਸਿਆ ਕਿ ਪੁਤਿਨ ਕਿਉਂਕਿ KGB ਦੇ ਚੀਫ ਰਹੇ ਆ ਤੇ ਉਹਨਾਂ ਨੂੰ ਸਟ੍ਰੈਟਜੀ ਬਣਾਉਣੀ ਵੀ ਆਉਂਦੀ ਆ ਔਰ ਉਹਨਾਂ ਨੇ ਪਹਿਲਾਂ ਹੀ ਮਨ ਬਣਾਇਆ ਹੋਇਆ ਸੀ ਕਿ ਮੈਂ ਯੂਕਰੇਨ ਨੂੰ ਆਪਣਾ ਕਬਜ਼ੇ 'ਚ ਕਰਨਾ ਆ, ਤੇ ਇਸੇ ਕਰਕੇ ਉਹ ਜਾ ਕੇ ਚਾਈਨਾ ਨਾਲ ਟ੍ਰੀਟੀ ਕਰਨੀਆਂ ਸਾਰੀ ਤਰ੍ਹਾਂ ਦੀਆਂ, ਇੱਕ ਪਾਸੇ ਇਕਨੋਮੀ ਨੂੰ ਬੈਲੈਂਸ ਰੱਖਣ ਲਈ, ਦੂਜੇ ਪਾਸੇ ਆਪਣੀ ਡਿਫੈਂਸ ਵਾਲੀਆਂ ਵੀ। ਪਰ ਮੈਨੂੰ ਇੱਕ ਚੀਜ਼ ਸਮਝਾਓ ਕਿ ਜਿਹੜੀ ਇਸ ਵੇਲੇ ਦੁਨੀਆ ਦੀ, ਜਿਹਨੂੰ ਅਸੀਂ ਹੁਣ ਸੁਪਰ ਪਾਵਰ ਤੁਸੀਂ ਆਪ ਹੀ ਦੇਤਾ ਚਾਈਨਾ ਨੂੰ, ਉਹਨਾਂ ਦੀ ਜਿਹੜੀ ਇਕਨੋਮਿਕ ਪਾਲਿਸੀਜ਼ ਨੇ ਉਹ ਬਿਲਕੁਲ ਅਲੱਗ ਤਰ੍ਹਾਂ ਦੀਆਂ ਨੇ। ਉਹ ਤੇ ਇਸ ਤਰ੍ਹਾਂ ਪੈਨੀਟ੍ਰੇਟ ਕਰਦੇ ਨੇ, ਕੁਝ ਮੁਲਕਾਂ ਨੂੰ ਬਹੁਤ ਸਸਤਾ ਲੋਨ ਦਿੰਦੇ ਨੇ, ਮੁੜ ਕੇ ਉਹਨਾਂ ਦੀਆਂ ਹੌਲੀ ਉਹਨਾਂ ਦੇ ਰਿਸੋਰਸਿਸ ਹੜੱਪ ਕਰਦੇ ਨੇ, ਤੇ ਉਹ ਤੇ ਆਪ ਹੀ ਬੜੇ ਸ਼ਾਤਰ ਨੇ। ਤੇ ਉਹ ਕਿੱਦਾਂ ਮਤਲਬ ਪੁਤਿਨ ਦੇ ਵਲੇਵੇਂ 'ਚ ਆ ਕੇ ਇਸ ਤਰ੍ਹਾਂ ਦੇ ਸਮਝੌਤੇ ਕਰ ਲਏ ਹੋਣਗੇ ਜਿਹੜੇ ਇਹਨਾਂ ਨੂੰ ਜ਼ਿਆਦਾ ਸੂਟ ਕਰਦੇ ਹੋਣਗੇ। ਉਹਨੇ ਚਾਈਨਾ ਨੇ ਆਪਣੇ ਹਿੱਤ ਤੇ ਪਹਿਲਾਂ ਵੇਖੇ ਹੋਣਗੇ ਨਾ ਜੀ। ਚਾਈਨਾ ਦਾ ਹਿੱਤ ਇਹੋ ਹੀ ਹੈਗਾ ਕਿ ਉਹਦੀ ਸਪਲਾਈ ਖਤਮ ਨਾ ਹੋਵੇ, ਉਹਦੀ ਇੰਡਸਟਰੀ ਖਤਮ ਨਾ ਹੋਵੇ। ਇਸ ਵਾਰ ਦੇ ਵਿੱਚ ਦੁਨੀਆ 'ਚ ਅਗਰ ਕਿਸੇ ਨੂੰ ਫਾਇਦਾ ਹੋਣਾ ਉਹ ਸਿਰਫ ਚਾਈਨਾ ਨੂੰ ਹੋਣਾ, ਕਿਸੇ ਨੂੰ ਹੋਰ ਨਹੀਂ ਹੋਣਾ। ਤੁਸੀਂ ਇੱਥੇ ਗੈਸ ਹੋਰ ਇੱਕ ਹਫ਼ਤੇ ਦੇ ਬਾਅਦ, 2 ਹਫ਼ਤੇ ਬਾਅਦ $2 ਇਹ ਲੀਟਰ ਗੈਸ ਪਾਓਗੇ ਆਪਣੀ ਕਾਰ ਦੇ ਵਿੱਚ। ਪੌਣੇ $2 ਡਾਕਟਰ ਟੱਚ ਕਰ ਗਈ ਆ। ਹਾਂ ਨਹੀਂ ਮਤਲਬ 2 ਲੀਟਰ ਮੈਂ ਤੁਹਾਨੂੰ ਕਿਹਾ ਮਹੀਨੇ ਦੇ ਅੰਦਰ ਹਾਂਜੀ $2 ਲੀਟਰ। ਹਿੰਦੁਸਤਾਨ ਦੇ ਵਿੱਚ 10 ਮਾਰਚ ਨੂੰ ਜਦੋਂ ਰਿਜ਼ਲਟ ਆਣੇ ਨੇ, 11 ਮਾਰਚ ਨੂੰ
ਉੱਥੇ 150 150 ਰੁਪਏ ਦੇ ਲੀਟਰ ਹੋ ਜਾਣਾ, ਸਿੱਧਾ ਹੀ 40-50 ਵਧਣੀ ਹੈ, ਸਿੱਧਾ ਹੀ 40-50, ਘੱਟ ਨਹੀਂ ਵਧਣੀ। ਇਹ ਸਿਰਫ ਇਲੈਕਸ਼ਨਾਂ ਕਰਕੇ ਹੀ ਇਸ ਵਕਤ ਉਹਨਾਂ ਨੇ ਗੈਸ ਨਹੀਂ ਵਧਾਈ, ਨਹੀਂ ਤਾਂ ਹੁਣ ਤੱਕ ਵੱਧ ਜਾਣੀ ਸੀਗੀ। ਸੋ ਇਹ ਦੁਨੀਆ ਦੇ ਵਿੱਚ ਮੈਨੂੰ ਤੁਸੀਂ ਇੱਥੇ ਨਹੀਂ ਸੀਗੇ 1971 ਦੇ ਵਿੱਚ ਵਰਲਡ ਦੇ ਵਿੱਚ ਜੀ ਬੜੀ ਵੱਡੀ ਪ੍ਰੋਬਲਮ ਆਈ ਸੀਗੀ, ਔਰ ਇੱਥੇ ਮਿਲਦਾ ਹੁੰਦਾ ਸੀਗਾ 49 ਸੈਂਟ ਇੱਕ ਗੈਲਨ, 49 ਸੈਂਟ ਦਾ ਗੈਲਨ ਮਿਲਦਾ ਸੀ, ਜਿਹੜਾ ਕਿ 3.5 ਲੀਟਰ 3.5 ਲੀਟਰ ਹੁੰਦਾ ਹਾਂਜੀ, ਅਮਰੀਕਨ 3.5 ਲੀਟਰ। ਉਹ ਇੱਕਦਮ ਪਹੁੰਚ ਗਿਆ $2 ਤੇ। ਅੱਜ ਅਮਰੀਕਾ ਦੇ ਵਿੱਚ $3.50 ਇੱਕ ਗੈਲਨ ਹੈ। ਲੋਕ ਚਿਲਾ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਤੇ ਡੈਮੋਕ੍ਰੇਟਸ ਨੂੰ ਇੱਕ ਵੀ ਸੀਟ ਨਹੀਂ ਜਿੱਤਣ ਦੇਣੀ, ਕਿਉਂਕਿ ਉਹ ਜਿਹੜੀ ਇਕਨੋਮੀ ਆ ਔਰ ਜਿਹੜੇ ਲੋਕਾਂ ਦੀ ਜੇਬ ਆ ਪਿੰਚ ਹੁੰਦੀ ਆ। ਪੀਪਲ ਡੋਂਟ ਰਿਅਲਾਈਜ਼ ਕਿ ਹਾਊ ਇਟ ਹੈਜ਼ ਹੈਪਨ। ਪਰ ਡਾਕਟਰ ਸਾਹਿਬ ਆਪਾਂ ਤੇ ਪੜ੍ਹਦੇ ਸੁਣਦੇ ਆਏ ਹਾਂ ਕਿ ਜਿਹੜੇ ਅਮਰੀਕਾ ਦੇ ਕੋਲ ਆਇਲ ਦੇ ਤੇ ਨੈਚੁਰਲ ਗੈਸ ਦੇ ਭੰਡਾਰ ਆ ਉਹ ਦੁਨੀਆ 'ਚ ਸਭ ਤੋਂ ਵੱਧ ਹੈ, ਤੇ ਉਹਨਾਂ ਨੇ ਆਰਟੀਫਿਸ਼ਲੀ ਪਤਾ ਨਹੀਂ ਉਹ ਗੱਪਾਂ ਮਾਰਦੇ ਲੋਕ ਕਿ ਸਮੁੰਦਰ ਦੇ ਵਿੱਚ ਵੱਡੇ ਵੱਡੇ ਟੈਂਕ ਬਣਾ ਕੇ ਵੀ એનર્ਜੀ ਦੇ ਰਿਸੋਰਸ ਜਿਹੜੇ ਆ ਉਹ ਰੱਖੇ ਹੋਏ ਦਬਾ ਕੇ ਗਏ, ਉਹ ਲੰਬੇ ਸਮੇਂ ਤੱਕ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਆ ਸਕਦੀ। ਫਿਰ ਉਹਨਾਂ ਤੇ ਇਮੀਡੀਏਟ ਇਫੈਕਟ ਕਿਉਂ ਪੈਂਦਾ ਇਹਨਾਂ ਚੀਜ਼ਾਂ ਦਾ? ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹਨਾਂ ਕੋਲ ਰਿਜ਼ਰਵ ਜਿਹੜਾ ਬਹੁਤ ਜ਼ਿਆਦਾ ਹੈਗਾ, ਲੇਕਿਨ ਉਹ ਰਿਜ਼ਰਵ ਨੂੰ ਯੂਜ਼ ਨਹੀਂ ਕਰਦੇ। ਉਹ ਸਮਝਦੇ ਨੇ ਕਿ ਕਿਸੇ ਵੇਲੇ ਵੀ ਪ੍ਰੋਬਲਮ ਪੈ ਜਾਏ। ਪਿੱਛੇ ਜਿਹੀ ਬਾਈਡਨ ਨੇ ਰਿਜ਼ਰਵ ਜਿਹੜੇ ਸੀਗੇ ਉਹਦੇ ਵਿੱਚੋਂ ਉਹਨਾਂ ਨੇ ਕਈ ਮਿਲੀਅਨਸ ਆਫ ਗੈਲਨ ਜਿਹੜੇ ਸੀਗੇ, ਬੈਰਲਸ ਜਿਹੜੇ ਸੀ ਉਹ ਰਿਲੀਜ਼ ਕੀਤੇ ਸੀਗੇ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਟਰੰਪ ਦੇ ਟਾਈਮ ਦੇ ਉੱਪਰ ਅਮਰੀਕਾ ਬਿਕੇਮ ਐਨ ਐਕਸਪੋਰਟਰ of the ਪੈਟਰੋਲੀਅਮ, ਇਸ ਕਰਕੇ ਕਿ ਉਹਨੇ ਜਿੰਨੀਆਂ ਵੀ ਕੋਲੇ ਨਾਲ ਜਾਂ ਦੂਜਿਆਂ ਜਿਸ ਵੀ ਢੰਗ ਨਾਲ ਚੱਲਦੀਆਂ ਸੀਗੀਆਂ ਵਿਦਆਊਟ ਟੇਕਿੰਗ ਕੇਅਰ ਆਫ ਦਾ ਕਲਾਈਮੇਟ, ਬਾਈਡਨ ਨੇ ਆਉਂਦੇ ਹੀ ਉਹ ਸਭ ਕੁਝ ਬੰਦ ਕਰਤਾ। ਬਾਈਡਨ ਨੇ ਕਹਿ ਦਿੱਤਾ ਕਿ ਤੁਸੀਂ ਸਮੁੰਦਰ ਦੇ ਵਿੱਚ ਕਿਤੇ ਵੀ ਜਿਹੜੀ ਮਤਲਬ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੇ ਹੋ ਉਹ ਨਹੀਂ ਮੈਂ ਕਰਨ ਦੇਵਾਂਗਾ, ਆਈ ਵਿਲ ਨਾਟ ਅਲਾਉ ਦੈਟ। ਅੱਛਾ, ਉਹਦੇ ਨਾਲ ਕੀ ਹੋਇਆ ਕਿ ਜਿਹੜੀ ਇਹ ਐਕਸਪੋਰਟ ਕਰ ਰਹੇ ਸੀ ਹੁਣ ਇਹਨਾਂ ਨੂੰ ਇੰਪੋਰਟ ਕਰਨਾ ਪੈਣਾ ਸ਼ੁਰੂ ਹੋ ਗਿਆ। ਸੋ ਸਮਟਾਈਮਸ ਫॉर ਸਰਟਨ ਥਿੰਗਸ ਯੂ ਹੈਵ ਟੂ ਸਫਰ। ਕਲਾਈਮੇਟ ਦੇ ਦਿਮਾਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਾਈਡਨ ਸਾਹਿਬ ਨੇ ਜਿਹੜੇ ਸਟੈਪ ਚੁੱਕੇ ਹਾਂਜੀ, ਉਹਦੇ ਨਾਲ ਸਫਰ ਕੌਣ ਹੋਇਆ? ਆਮ ਆਦਮੀ। ਜਦੋਂ ਆਮ ਆਦਮੀ ਸਫਰ ਹੁੰਦਾ ਤੇ ਫਿਰ ਜਿਹੜੀ ਪੋਲੀਟੀਕਲ ਪਾਰਟੀ ਹੁੰਦੀ ਹੈ ਉਹਦੇ ਤੇ ਬਹੁਤ ਵੱਡਾ ਰੰਜਿਸ਼ ਆ ਜਾਂਦੀ ਹੈ ਲੋਕਾਂ ਦੀ। ਲੋਕ ਜਿਹੜੇ ਨੇ ਆਮ ਆਦਮੀ ਡਜ਼ਨਟ ਕੇਅਰ। ਵੈਸੇ ਵੀ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਆ ਕਿ ਆਪਾਂ ਜਦੋਂ ਟਰੰਪ ਵਾਲਾ ਈਰਾ ਖਤਮ ਹੋਇਆ, ਲੋਕ ਦੁਨੀਆ ਬੜੀ ਉਤਸੁਕਤਾ ਨਾਲ ਵੇਖ ਰਹੀ ਸੀ। ਟਰੰਪ ਦਾ ਆਉਣਾ ਵੀ ਤੇ ਜਾਣਾ ਵੀ ਬੜੀ ਸਧਾਰਨ ਘਟਨਾ ਨਹੀਂ ਸੀਗੀ, ਦੋਨੇ ਟਾਈਮ ਬੜਾ ਲੋਕ ਸੱਚੋਪੰਚ ਸੀ ਜੀ ਹੋਏਗਾ ਕੀ। ਦੋਨੇ ਟਾਈਮ ਹੀ ਅਲੱਗ ਤਰ੍ਹਾਂ ਦੇ ਵਿਚਾਰਾਂ ਵਾਲੇ ਲੋਕ ਜਿਹੜੇ ਉਹ ਹੱਕੇ ਬੱਕੇ ਰਹਿ ਗਏ ਕਿ ਇਹ ਕੀ ਹੋ ਗਿਆ। ਤੇ ਹੁਣ ਜੋ ਬਾਈਡਨ ਦੇ ਆਉਣ ਤੋਂ ਬਾਅਦ ਜਾਂ ਤੇ ਕੋਈ ਏਜ ਫੈਕਟਰ ਦੀ ਗੱਲ ਹੈ, ਕਿਉਂਕਿ ਬੜੇ ਐਕਸਪੀਰੀਅੰਸ ਬੰਦੇ ਨੇ, ਵਾਈਸ ਪ੍ਰੈਜ਼ੀਡੈਂਟ ਵੀ ਰਹੇ ਨੇ ਔਰ ਉਹਨਾਂ ਦਾ ਬੜਾ ਲੰਬਾ ਪੋਲੀਟੀਕਲ ਤਜਰਬਾ ਵੀ ਆ, ਡੈਮੋਕ੍ਰੇਟ ਪਾਰਟੀ ਦੇ ਉਹ ਆਗੂ ਨੇ। ਪਰ ਜਿਹੜੇ ਉਹਨਾਂ ਫੈਸਲੇ ਲਏ ਜਿੱਦਾਂ ਅਫਗਾਨਿਸਤਾਨ ਵਾਲਾ ਫੈਸਲਾ ਜਾਂ ਕੁਝ ਇੱਕ ਹੋਰ ਫੈਸਲੇ ਉਹਨਾਂ ਦੇ ਜਿਸ ਤਰ੍ਹਾਂ ਆਏ ਆ, ਉਹਦੇ ਵਿੱਚ ਉਹ ਕਿਤੇ ਨਾ ਕਿਤੇ ਬੜੇ ਵੀਕ ਲੀਡਰ ਦੇ ਵਜੋਂ ਉੱਭਰ ਕੇ ਸਾਹਮਣੇ ਆਏ ਆ। ਮਤਲਬ ਮੈਨੂੰ ਨਹੀਂ ਪਤਾ ਅਮਰੀਕਾ 'ਚ ਉਹਨਾਂ ਨੂੰ ਕਿੱਦਾਂ ਦੇਖਿਆ ਜਾ ਰਿਹਾ, ਪਰ ਬਾਹਰ ਦੀ ਦੁਨੀਆ ਉਹਨਾਂ ਨੂੰ ਇੱਕ ਕਮਜ਼ੋਰ ਲੀਡਰ ਵਾਂਗੂ ਦੇਖ ਰਹੀ ਆ। ਤੁਹਾਨੂੰ ਵੀ ਇੱਦਾਂ ਮਹਿਸੂਸ ਹੁੰਦਾ ਕਿਤੇ? ਮੈਂ ਸਮਝਦਾ that ਜਦੋਂ he became the president I said there is a hope, ਲੇਕਿਨ now I feel that hope has gone। ਤੁਸੀਂ ਉਹਨੂੰ ਕਦੀ ਵੀ ਪ੍ਰੈਸ ਕਾਨਫਰੰਸ ਵਿੱਚ ਜਾਂ ਉਹਨੂੰ ਜਦੋਂ ਆ ਕੇ ਸਪੀਚ ਦਿੰਦਾ ਜਾਂ ਬੋਲਦਾ, ਮੈਨੂੰ ਇਦਾਂ ਲੱਗਦਾ ਕਿ ਸੁੱਤਾ ਹੋਇਆ ਬੋਲਦਾ ਪਿਆ। ਉਹਦੇ 'ਚ ਉਹ ਜਾਨ ਹੀ ਹੈ ਨਹੀਂ, ਉਹਦੇ 'ਚ ਉਹ ਜਿਹੜਾ ਇੱਕ ਜਜ਼ਬਾ ਹੋਣਾ ਚਾਹੀਦਾ ਉਹ ਜਜ਼ਬਾ ਨਹੀਂ ਹੈਗਾ। ਹੀ ਕੈਨ ਨਾਟ ਇੰਪ੍ਰੈਸ ਐਂਡ ਪ੍ਰੈਸ ਹਿਮਸੈਲਫ ਕਿ ਹਾਂ ਵੀ ਮੈਂ ਇਹ ਗੱਲ ਕਰਨੀ ਚਾਹੁੰਦਾ। ਰਸ਼ੀਆ ਦੇ ਮਾਮਲੇ ਦੇ ਵਿੱਚ ਉਹਦੀਆਂ ਜਿੰਨੀਆਂ ਵੀ ਸਪੀਚਸ ਮੈਂ ਦੇਖੀਆਂ ਨੇ ਉਹ ਸਾਰੀਆਂ ਮੈਨੂੰ ਇਦਾਂ ਲੱਗਦੀਆਂ ਸੀ ਕਿ ਇਹ ਸੁੱਤਾ ਹੋਇਆ ਉੱਠ ਕੇ ਆ ਗਿਆ। ਅੱਛਾ, ਫਿਰ ਉਹ ਬੋਲਦਾ ਮੈਨੂੰ ਲੱਗਦਾ ਉਹਨੂੰ ਸ਼ਾਇਦ ਡਿਮੈਂਸ਼ੀਆ ਸ਼ੁਰੂ ਹੋ ਗਿਆ, ਬੋਲਦਾ ਵਿੱਚੋਂ ਵਰਡਸ ਭੁੱਲ ਜਾਂਦਾ। ਏਜ ਫੈਕਟਰ ਮੈਂ ਤਾਂ ਹੀ ਕਹਿ ਰਿਹਾ ਡਾਕਟਰ ਸਾਹਿਬ, ਏਜ ਫੈਕਟਰ ਵੈਸੇ ਤੁਸੀਂ ਨਰਸਿਮਹਾ ਰਾਓ ਨਾਲ ਤੁਲਨਾ ਕਰ ਸਕਦੇ ਹੋ ਜਿੱਦਾਂ ਉਹ ਸੁੱਤੇ ਪਏ ਰਾਜ ਕਰ ਗਏ ਸੀ 5-4 ਸਾਲ ਹਿੰਦੁਸਤਾਨ 'ਚ। ਏਜ ਫੈਕਟਰ ਦੇ 78 ਕੋਈ ਏਡੀ ਵੱਡੀ ਗੱਲ ਨਹੀਂ ਹੈਗੀ, ਲੇਕਿਨ ਫਿਰ ਵੀ ਸਮ ਔਰ ਦੀ ਅਦਰ ਜਦੋਂ ਕੋਈ ਬਿਮਾਰੀ ਲੱਗ ਜਾਂਦੀ ਹੈ ਦੈਟ ਕ੍ਰੀਏਟਸ ਮੋਰ ਪ੍ਰੋਬਲਮਸ। ਲੇਕਿਨ ਅਸੀਂ ਫਿਰ ਦੂਰ ਚਲੇ ਗਏ ਹਾਂ ਯੂਕਰੇਨ ਤੋਂ। ਜੀ ਹਾਂ, ਬਿਲਕੁਲ
ਗੱਲ ਸਾਡੀ ਯੂਕਰੇਨ ਦੀ ਹੋ ਰਹੀ ਆ। ਮੈਂ ਸਮਝਦਾ ਕਿ ਬਾਈਡਨ ਅਗਰ ਸਟਰੋਂਗ ਸਟੈਪ ਲੈਂਦਾ ਔਰ ਸਾਰੇ ਯੂਰਪ ਦੇ ਨਾਲ ਮਿਲ ਕੇ, ਹੁਣੇ ਜਦੋਂ ਯੂਕਰੇਨ ਤੇ ਹਮਲਾ ਹੋ ਗਿਆ, ਹੁਣ ਤੇ ਇਹ ਸਾਰੇ ਬੜੀਆਂ ਵੱਡੀਆਂ ਗੱਲਾਂ ਕਰਦੇ ਪਏ ਨੇ। ਇਹ ਉਹਨਾਂ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਸੀ, ਇਹਦੇ ਬਾਰੇ ਕਿਸੇ ਨੇ ਕੋਈ ਪਲੈਨਿੰਗ ਨਹੀਂ ਬਣਾਈ। ਔਰ ਮੈਂ ਸਮਝਦਾ ਕਿ ਇਹਦੇ 'ਚ ਇਹਨਾਂ ਦੀ ਬੜੀ ਕਮਜ਼ੋਰੀ ਰਹੀ ਹੈ, ਵੈਸਟ ਦੀ ਵੀ। ਦੇਖੋ ਸਫ਼ਰ ਕਿਹਨੇ ਕਰਨਾ, ਅਮਰੀਕਾ ਨੇ ਨਹੀਂ ਕਰਨਾ, ਨਾ ਕੈਨੇਡਾ ਨੇ ਕਰਨਾ। ਕੱਲ ਨੂੰ ਅਗਰ ਲੜਾਈ ਹੁੰਦੀ ਹੈ, ਸਫ਼ਰ ਕਰਨ ਵਾਲਾ ਸਿਰਫ ਯੂਰਪ ਹੈ। ਯੂਰਪ ਨੇ ਬਕਾਇਦਾ ਹਾਂਜੀ ਸਫ਼ਰ ਬਹੁਤ ਕੀਤਾ, ਨੈਪੋਲੀਅਨ ਬੋਨਾਪਾਰਟ ਤੋਂ ਲੈ ਕੇ ਉਸ ਤੋਂ ਪਹਿਲਾਂ ਦੀ ਜਿਹੜੀ ਹਿਸਟਰੀ ਹੈ ਮੈਂ ਤੁਹਾਨੂੰ ਦਿੱਤੀ, ਉਹ ਵੀ ਹਿਸਟਰੀ ਲੈ ਲਓ ਭਾਵੇਂ। ਸਭ ਤੋਂ ਜ਼ਿਆਦਾ ਯੂਰਪ ਨੇ ਸਫ਼ਰ ਕੀਤਾ। ਔਰ ਨੈਪੋਲੀਅਨ ਬੋਨਾਪਾਰਟ ਦੇ ਬਾਅਦ ਫਸਟ ਵਰਲਡ ਵਾਰ, ਫਿਰ ਸੈਕੰਡ ਵਰਲਡ ਵਾਰ, ਹਾਂਜੀ ਹੁਣ ਆ ਸਿਰ ਤੇ ਉਹਨਾਂ ਦੇ ਆਪੇ ਹੀ। ਸੋ ਦੇ ਆਰ ਦ ਸਫਰਰਸ, ਦੇ ਹੈਵ ਟੂ ਟੇਕ ਸਟੈਪ ਸਟਰੋਂਗਲੀ, ਦੇ ਹੈਵ ਟੂ ਸਟੈਂਡ ਦੈਮਸੈਲਵ। ਇੱਕ ਵਾਰੀ ਤੇ ਦੁਨੀਆ ਦੇ ਵਿੱਚ ਦੇਖੋ ਲੜਾਈ ਮੈਨੂੰ ਨਹੀਂ ਨਜ਼ਰ ਆਉਂਦੀ ਕਿ ਹੋਏਗੀ ਥਰਡ ਵਰਲਡ ਵਾਰ, ਕਿਉਂਕਿ ਦੈਟ ਇਜ਼ ए डिजास्टर। अगर थर्ड वर्ल्ड वार होती है तो दैट इज नॉट ए वार, दैट इज ए डिजास्टर, दैट्स फिनिश्ड। फिर तो अद्धी दुनिया खत्म। ਪਰ ਸਾਹਿਬ ਗੱਲਾਂ ਨਾਲ ਵੀ ਨਹੀਂ ਰੋਕਿਆ ਜਾ ਸਕਦਾ ਨਾ। ਜੇ ਮੰਨ ਲਓ ਕੋਈ ਕੰਟਰੀ ਵਧੀਕੀ ਕਰਦਾ ਆ, ਜਿੱਦਾਂ ਹੁਣ ਪੁਤਨ ਦੀ ਮੰਨ ਲਈਏ ਗੱਲ ਵੀ ਇਹ ਉਹਨਾਂ ਦੀ ਨੀਅਤ ਇਹੀ ਆ ਕਿ ਯੂਕਰੇਨ ਨੂੰ ਆਪਣੇ ਵਿੱਚ ਸ਼ਾਮਲ ਕਰ ਲਈਏ। ਇਹਦਾ ਬਹੁਤ ਸਾਰੇ ਮੁਲਕਾਂ ਨੂੰ ਖਤਰਾ ਪੈਦਾ ਹੋ ਜਾਊਗਾ। ਤਾਇਵਾਨ ਦੀ ਮਿਸਾਲ ਲੈ ਸਕਦੇ ਹਾਂ, ਚਾਈਨਾ ਦੇ ਨੇੜੇ ਬੈਠੇ ਹਾਂ, ਕੁਝ ਇੱਕ ਹੋਰ ਮੁਲਕ ਵੀ ਆਪਣੇ ਆਪ ਨੂੰ ਮਤਲਬ ਅਨਸਿਕਿਉਰ ਮਹਿਸੂਸ ਕਰਦੇ ਹੋਣਗੇ ਕਿ ਨਾਲ ਵਾਲੀ ਵੱਡੀ ਟੈਰੀਟਰੀ ਵਾਲਾ ਮੁਲਕ ਜਦੋਂ ਮਰਜ਼ੀ ਆਣ ਕੇ ਉੱਤੇ ਪੰਜਾ ਜਮਾ ਲਏ ਤੇ ਦੁਨੀਆ ਨੇ ਤੇ ਬੋਲਣਾ ਨਹੀਂ ਹੁਣ, ਤੇ ਉਹ ਤੇ ਫਿਰ ਬੜੀ ਗੜਬੜ ਹੋ ਜਾਏਗੀ, ਖਲਬਲੀ ਹੋ ਜਾਏਗੀ। नहीं, इसे करके नेटो देखिए यूक्रेन तो नहीं रोक सकते। यूक्रेन विल बी अनैक्सड बाई रशिया। अज हो जाए, 2 महीने हो जाए, 6 महीने हो जाए, साल हो जाए, टोटल यूक्रेन जड़ा वो ऑलरेडी उतों तक कीवी तक तो पहुँच ही गए हैं, उन्होंने कैपिटल तक पहुँच गए हैं। हाँ जी, और कोई वड्डी गल नहीं हैगी कि विद इन नैक्सट, क्योंकि उन्होंने मुकाबला कौन करेगा। दे आर मच मोर in equipment, in army personnel, in air force, everything। ਉਹਨਾਂ ਦਾ ਮੁਕਾਬਲਾ ਕਰਨਾ ਮੁਸ਼ਕਲ ਹੈਗਾ। ਸੋ ਇਸ ਕਰਕੇ ਸਿਰਫ ਹੁਣ ਇੱਕੋ ਹੀ ਤਰੀਕਾ ਹੈਗਾ ਕਿ ਜਿਹੜੇ ਇਹਨਾਂ ਦੇ ਕੰਟਰੀਜ਼ ਨੇ, ਜਿਹੜੇ ਨੈਟੋ ਦੇ ਮੈਂਬਰਸ ਨੇ, ਉੱਥੇ ਸਟਰੋਂਗਲੀ ਇਹ ਆਪਣੀਆਂ ਫੌਜਾਂ ਬਿਠਾਉਣ ਜੀ। ਹਾਲਾਂਕਿ 150 ਬੰਦਾ ਭੇਜਤਾ ਟਰੂਡੋ ਸਾਹਿਬ ਨੇ, ਲੋ ਜੀ ਮੈਂ ਲੱਤਾ ਵੀ 150 ਬੰਦਾ ਹੋਰ ਭੇਜਦਾ, ਹੂ ਕੇਅਰਸ 150 ਬੰਦਾ। ਉੱਥੇ ਇਹਨਾਂ ਨੂੰ ਫੌਜਾਂ ਆਪਣੀਆਂ ਰੱਖਣੀਆਂ ਪੈਣੀਆਂ ਨੇ, ਕਮ ਸੇ ਕਮ 5 ਲੱਖ ਅਰਾਊਂਡ ਰਸ਼ੀਆ। ਇਹ ਫਿਗਰ ਆ, ਇਹ ਜਿਹੜੇ ਵੱਡੇ ਐਕਸਪਰਟ ਨੇ ਉਹ ਕਹਿੰਦੇ ਨੇ। ਡਾਕਟਰ ਸਾਹਿਬ ਇਹ ਜਿਹੜੀ ਸਟ੍ਰੈਟਜੀ ਆ ਬਾਹਰਲੇ ਮੁਲਕਾਂ 'ਚ ਫੌਜਾਂ ਰੱਖਣ ਵਾਲੀ, ਜਦੋਂ ਟਰੰਪ ਹੀ ਆਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਕੋਈ ਠੇਕਾ ਨਹੀਂ ਲਿਆ ਦੁਨੀਆ ਦਾ, ਜਿੱਥੇ ਸਾਡੀਆਂ ਫੌਜਾਂ 'ਚ ਬੈਠੀਆਂ ਨੇ ਜਾਂ ਸਾਡੀ ਮਜਬੂਰੀ ਬਣਾਈ ਹੋਈ ਆ ਉਹਦਾ ਖਰਚਾ ਉਹ ਬੀਅਰ ਕਰਨ ਉਹ ਮੁਲਕ। ਆਪਾਂ ਨੂੰ ਪਤਾ ਨਾ ਇਹ ਗੱਲ ਬੜੀ ਚਰਚਾ 'ਚ ਰਹੀ ਆ ਜਦੋਂ that is fine, लेकिन at the same time वो circumstances अलग सी peace ਦੇ ਵਿੱਚ। when there is no peace, ਹਾਂਜੀ, when there is a danger of the third world war, then you have to take steps। then someone who has more money, he has to spend more। those people who have less money, they have to spend less money। ਸਾਰੇ ਯੂਰਪ ਨੂੰ ਇਕੱਠਾ ਹੋ ਕੇ जी पैसे ਜਿਹੜੇ ਨੇ ਲਗਾਉਣੇ ਪੈਣੇ ਨੇ ਇਫ ਦੇ ਵਾਂਟ ਕਿ ਯੂਰਪ ਦਾ ਅਗਲਾ ਕੰਟਰੀ ਜਿਹੜਾ ਉਹ ਅਨੈਕਸ ਨਾ ਹੋ ਜਾਏ ਬਾਈ ਦੀ ਪੁਤਿਨ, ਕਿਉਂਕਿ ਉਹਦੇ ਤੇ ਹੌਸਲੇ ਬੜੇ ਵਧੇ ਹੋਏ ਨੇ। ਉਹ ਹੁਣ ਤੁਸੀਂ ਇਹ ਦੇਖੋ ਕਿ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਰਸ਼ੀਆ ਦੇ ਵਿੱਚ ਪਹੁੰਚ ਗਿਆ, ਕਹਿੰਦਾ ਮੈਂ ਤੇ ਕਿੰਨੇ ਇੱਕ ਐਸੀ ਟਾਈਮ ਤੇ ਆਇਆ ਕਿ ਦੁਨੀਆ ਦੀ ਖਲਬਲੀ ਮਚੀ ਹੋਈ ਹੈ, ਮੈਨੂੰ ਤੇ ਬੜਾ ਅੱਛਾ ਲੱਗ ਰਿਹਾ। ਵਰਡ ਯੂਜ਼ ਸੀ ਕਿ ਮੈਨੂੰ ਬੜਾ ਅੱਛਾ ਲੱਗ ਰਿਹਾ। ਅੱਛਾ ਫਿਰ 2 ਦਿਨ ਉਹਨੇ ਉੱਥੇ, ਅੱਜ ਉਹਨੇ ਵਾਪਸ ਆਉਣਾ, 2 ਦਿਨ ਉੱਥੇ ਉਹਦਾ ਰਿਹਾ। ਕਿਆ ਉਹਦੀ ਲੁੱਕ ਆਫਟਰ ਪੁਤਿਨ ਲੜਾਈ ਦੇ ਵਿੱਚ ਵੀ। ਤੁਸੀਂ ਇਹ ਅੱਜ ਮੇਰੀ ਗੱਲ ਨੋਟ ਕਰ ਲੈਣਾ, ਭਾਵੇਂ ਇਹ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ, ਕਿ ਸਭ ਤੋਂ ਪਹਿਲਾਂ ਪਾਕਿਸਤਾਨ ਵਿਲ ਰਿਕਗਨਾਈਜ਼ ਦੋਜ਼ 2 ਇੰਡੀਪੈਂਡੈਂਟ ਜਿਹੜੀਆਂ ਸਟੇਟਸ ਹੈਗੀਆਂ ਨੇ, 2 ਸਟੇਟ ਜਿਹੜੀਆਂ ਲਾਂਸਕ ਕੇ ਕੀ ਨਾਮ ਉਹਨਾਂ ਦੇ ਦਿੱਤੇ ਉਹਨਾਂ ਨੇ, ਹਾਂਜੀ, ਉਹਨਾਂ ਨੂੰ ਰਿਕਗਨਾਈਜ਼ ਸਿਰਫ ਤੇ ਸਿਰਫ ਪਾਕਿਸਤਾਨ ਸਭ ਤੋਂ ਪਹਿਲਾਂ ਕਰੇਗਾ। ਔਰ ਉਹਦੇ ਬਾਅਦ ਬਾਕੀ ਦੇ ਹੋਰ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਹੋ ਸਕਦਾ ਚਾਈਨਾ ਵੀ ਹੋਵੇ, ਹੋਰ ਵੀ ਹੋਵੇ, ਉਹ ਵੀ ਉਹਨੂੰ ਜ਼ਰੂਰ ਜਿਹੜਾ ਕਿਤੇ ਨਾ ਕਿਤੇ ਜਾ ਕੇ ਰਿਕਗਨਾਈਜ਼ ਕਰਨਗੇ, ਕਿਉਂਕਿ ਦੇ ਵਾਂਟ ਕਿ ਅਮਰੀਕਾ ਦੇ ਨੂੰ ਕਿਤੇ ਨਾ ਕਿਤੇ ਔਰ ਯੂਰਪ ਨੂੰ ਇੱਕ ਚਪੇੜ ਪਵੇ।
ਔਰ ਉਹ ਚਪੇੜ ਮਾਰਨ ਨੂੰ ਉਹਦੇ ਵਿੱਚ ਚਾਈਨਾ ਦਾ ਵੀ ਹੱਥ ਹੈਗਾ, ਉਹਦੇ ਵਿੱਚ ਰਸ਼ੀਆ ਦਾ ਵੀ ਹੱਥ ਹੈਗਾ, ਉਹਦੇ ਵਿੱਚ ਹੋਰਾਂ ਦਾ ਵੀ ਹੱਥ ਹੈਗਾ। ਸੋ ਲੈਟ ਅਸ ਸੀ ਵਾਟ ਹੈਪਨਸ ਬੇਸਿਕਲੀ, ਬਟ ਦਿਸ ਇਜ਼ ਅ ਡੇਂਜਰਸ ਸਿਚੁਏਸ਼ਨ ਐਟ ਦਿਸ ਮੋਮੈਂਟ। ਬਿਲਕੁਲ ਡਾਕਟਰ ਸਾਹਿਬ, ਆਪਾਂ ਇੱਕ ਬ੍ਰੇਕ ਲੈਣੀ, ਇੱਕ ਹੋਰਾਂ ਦਾ ਕਿਹੜਾ ਹੱਥ ਹੈ ਮੈਂ ਤੁਹਾਡੇ ਕੋਲ ਜਾਣਦਾ। ਬ੍ਰੇਕ ਤੋਂ ਬਾਅਦ ਆਪਾਂ ਜਸਟ ਇੱਕ ਮਿੰਟ ਲਈ ਬ੍ਰੇਕ ਲੈਂਦੇ ਆ, ਤੇ ਬ੍ਰੇਕ ਤੋਂ ਬਾਅਦ ਆਪਾਂ ਫੇਰ ਅੱਛਾ, ਵਾਪਸ। ਤੁਸੀਂ ਦੋ ਸੂਬਿਆਂ ਦੀ ਗੱਲ ਕੀਤੀ ਸੀ ਨਾ, ਹਾਂਜੀ, ਜਿਹੜੇ ਇੱਕ ਹੈਗਾ ਡੋਨਟਸਕ ਔਰ ਦੂਸਰਾ ਹੈਗਾ ਲੁਹਾਂਸਕ। ਹਾਂਜੀ, ਲੇਕਿਨ ਇਸ ਏਰੀਆ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਇਸ ਏਰੀਆ ਨੂੰ ਡੋਨਬੈਸ ਰੀਜਨ ਕਹਿੰਦੇ ਨੇ। ਇਹ ਜਿਹੜਾ ਏਰੀਆ ਦੋਨੋਂ ਮਿਲਾ ਕੇ ਇਹਨੂੰ ਡੋਨਬੈਸ ਰੀਜਨ ਕਹਿੰਦੇ ਨੇ। ਠੀਕ ਹੈ ਜੀ। ਔਰ ਬਿਲਕੁਲ ਰਸ਼ੀਆ ਦੇ ਨਾਲ ਉਹਦਾ ਬਾਰਡਰ ਜਿਹੜਾ ਉਹ ਲੱਗ ਰਿਹਾ ਸੀਗਾ, ਤੇ ਨਹੀਂ, ਉਹਦੀਆਂ ਰਸ਼ੀਅਨ ਤੇ ਫੌਜਾਂ ਪਹਿਲਾਂ ਵੀ already ਬੈਠੀਆਂ ਹੋਈਆਂ ਸੀ ਉੱਥੇ। ਰਸ਼ੀਅਨ ਤੇ ਆਲਰੇਡੀ ਉੱਥੇ ਬੈਠੇ ਹੋਏ ਸੀਗੇ। ਹਾਂ ਹਾਂ ਬਿਲਕੁਲ। ਉਹ ਕਿਹਾ ਜਾ ਰਿਹਾ ਕਿ ਰਸ਼ੀਅਨ ਪੱਖੀ ਲੋਕ ਉੱਥੇ ਜਿਹੜੇ ਆ ਉਹ ਸੈਪਰੇਟ, ਮਤਲਬ ਉਹਨੂੰ ਪਹਿਲਾਂ ਹੀ ਚਾਹੁੰਦੇ ਸੀ ਤੇ ਉਹਨੂੰ ਸਪੋਰਟ ਕਰ ਰਿਹਾ ਸੀ ਰਸ਼ੀਆ ਲੰਬੇ ਸਮੇਂ ਤੋਂ। ਇਹ ਜਿਹੜੇ ਸੂਬੇ ਨੇ ਇਹਨਾਂ 'ਚ 60% ਰਸ਼ੀਅਨਸ ਰਹਿੰਦੇ ਨੇ, ਰੀਅਲ ਰਸ਼ੀਅਨਸ। ਦੇ ਆਰ ਦ ਸਿਟੀਜ਼ਨਸ, ਦੇ ਲਿਵ ਦੇਅਰ। ਬਿਲਕੁਲ। ਅੱਛਾ ਡਾਕਟਰ ਸਾਹਿਬ, ਇੱਕ ਬ੍ਰੇਕ ਤੋਂ ਬਾਅਦ ਫਿਰ ਮੈਂ ਤੁਹਾਡੇ ਨਾਲ ਭਾਰਤ ਦੇ ਵੀ ਇਹਦੇ ਨਾਲ ਕੀ ਉਹਦੇ ਸੰਬੰਧ ਨੇ, ਕਿਸ ਤਰ੍ਹਾਂ ਹੋਏਗਾ, ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਬਾਕੀ ਦੁਨੀਆ ਦੇ ਕੰਟਰੀਜ਼ ਕਿਸ ਤਰ੍ਹਾਂ ਸੋਚ ਰਹੇ ਉਹ ਵੀ ਤੁਹਾਡੇ ਕੋਲ ਜਾਣਦੇ ਹਾਂ। ਇੱਕ ਛੋਟਾ ਜਿਹਾ ਬ੍ਰੇਕ ਆਪਾਂ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਪਲੀਜ਼ ਡੂ ਯੋਰ ਜੌਬ।